ਪਿਛਲੇ ਕੁਝ ਸਮੇਂ ਤੋਂ ਇੱਕ ਮੁੱਦਾ ਬਹੁਤ ਜ਼ਿਆਦਾ ਭਖਿਆ ਰਿਹਾ ਭਗਤ ਸਿੰਘ ਦੇ ਕਿਰਦਾਰ ਨੂੰ ਲੈ ਕੇ। ਭਗਤ ਸਿੰਘ ਸ਼ਹੀਦ ਸੀ, ਭਗਤ ਸਿੰਘ ਅੱਤਵਾਦੀ ਸੀ, ਭਗਤ ਸਿੰਘ ਨਾਸਤਕ ਸੀ, ਭਗਤ ਸਿੰਘ ਆਰਿਆ ਸਮਾਜੀ ਸੀ ਜਾਂ ਭਗਤ ਸਿੰਘ ਕੀ ਸੀ। ਪਰ ਭਗਤ ਸਿੰਘ ਵਾਕਈ ਹੀ ਨਾਸਤਕ ਵੀ ਰਿਹਾ, ਉਹ ਆਰਿਆ ਸਮਾਜੀਆਂ ਨਾਲ ਵੀ ਉਹਦਾ ਇੱਕ ਜੁੜਦਾ ਸਿਸਟਮ ਸਾਰਾ। ਇਹ ਗੱਲਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਹ ਪੰਜਾਬੀ ਭਾਸ਼ਾ ਦਾ ਵਿਰੋਧੀ ਵੀ ਰਿਹਾ, ਉਹ ਸਿੱਖ ਧਰਮ ਬਾਰੇ ਵੀ ਜਿਹੜਾ ਅਸੀਂ ਕੱਚ ਘੱਟ ਜਾਣਕਾਰੀਆਂ ਦੇ ਆਧਾਰ ਤੇ ਸਿੱਖੀ ਦੇ ਵਿਰੋਧ 'ਚ ਭੁਗਤਣ ਵਾਲੀ ਗੱਲ 'ਚ ਵੀ ਰਿਹਾ। ਗੁਰੂ ਸਾਹਿਬਾਨਾਂ ਦੇ ਜੀਵਨ ਜਾਂ ਬਾਣੀ ਬਾਰੇ ਵੀ ਉਹਨੂੰ ਨਹੀਂ ਸੀ ਜਾਣਕਾਰੀ ਤੇ ਉਹ ਪੁੱਠੇ ਸਿੱਧੇ ਬਿਆਨ ਹੀ ਦਿੰਦਾ ਰਿਹਾ। ਸਿੱਖੀ ਸਿਧਾਂਤਾਂ ਤੋਂ ਪਾਸੇ ਹਟ ਕੇ ਇੱਕ ਫੋਕੀ ਰਾਸ਼ਟਰਵਾਦਤਾ ਦੇ ਵਿੱਚ ਉਲਝ ਕੇ ਉਹ ਬੜਾ ਕੁਝ ਗਲਤ ਕਰਦਾ ਰਿਹਾ। ਪਰ ਗੱਲ ਇਹ ਨਹੀਂ ਹੁੰਦੀ। ਗੁਰੂ ਅੰਗਦ ਦੇਵ ਪਾਤਸ਼ਾਹ ਪਹਿਲਾਂ ਕੀ ਸਨ, ਕਿੱਥੇ ਜਾਂਦੇ ਸਨ, ਪਰ ਜਦੋਂ ਗੁਰੂ ਘਰ ਆਏ ਫਿਰ ਕੀ ਸੀ, ਜਾਂ ਹੋਰ ਜਿਹੜੇ ਸਿੱਖ ਇਤਿਹਾਸ 'ਚ ਬੇਅੰਤ ਇਹੋ ਜਿਹੇ ਬੇਸ਼ੁਮਾਰ ਇਹੋ ਜਿਹੇ ਨਾਂ ਨੇ ਜਿਹੜੇ ਪਹਿਲਾਂ ਕਿਸ ਤਰ੍ਹਾਂ ਸਨ, ਭਾਵੇਂ ਭੂਮੀਆ ਚੋਰ ਹੋਵੇ, ਸੱਜਣ ਠੱਗ ਹੋਵੇ ਜਾਂ ਬਾਬਾ ਬਿਧੀ ਚੰਦ ਹੋਣ, ਪਰ ਉਹ ਬਾਅਦ ਵਿੱਚ ਕੀ ਬਣੇ। ਗੱਲ ਇਹ ਹੁੰਦੀ ਹੈ ਕਿ ਇੱਕ ਮਨੁੱਖ ਕੈਸੀ ਜ਼ਿੰਦਗੀ ਜੀ ਗਿਆ, ਇਹਦਾ ਪਤਾ ਲੱਗਦਾ ਉਹਦੇ ਅਖੀਰਲੇ ਸਮੇਂ 'ਚ ਆ ਕੇ ਉਹਦੀ ਵਿਚਾਰਧਾਰਾ ਕੀ ਸੀ, ਉਹਨੇ ਜੀਵਨ ਕਿਸ ਤਰ੍ਹਾਂ ਬਿਤਾਇਆ, ਪਰ ਆਪਣੇ ਜੀਵਨ ਦਾ ਆਖਰੀ ਸਮਾਂ ਕਿਵੇਂ ਬਿਤਾਇਆ। ਉਹਨੇ ਆਪਣੀ ਭੁੱਲ ਬਖਸ਼ਾਈ, ਆਪਣੇ ਆਪ ਨੂੰ ਆਪਣੇ ਗੁਨਾਹ ਮੰਨੇ। ਨਿਊਜ਼ ਚੈਨਲ ਦੇ ਉੱਤੇ ਗੱਲ ਦੱਸੀ ਜਾ ਰਹੀ ਸੀ ਕਿ ਭਗਤ ਸਿੰਘ ਨੇ ਲਾਹੌਰ ਦੀ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਅੰਮ੍ਰਿਤ ਛਕਣ ਵਾਸਤੇ ਕਿ ਮੈਂ ਅੰਮ੍ਰਿਤ ਛਕਣਾ ਚਾਹੁੰਦਾ, ਪਰ ਉਹਦੀ ਉਹ ਜਿਹੜੀ ਪਟੀਸ਼ਨ ਸੀ, ਉਹਦੀ ਜਿਹੜੀ ਅਪੀਲ ਸੀ, ਉਹ ਮਨਜ਼ੂਰ ਨਹੀਂ ਹੋਈ। ਭਗਤ ਸਿੰਘ ਜਦੋਂ ਫਾਂਸੀ ਚੜ੍ਹਿਆ, ਜਦੋਂ ਸ਼ਹੀਦ ਹੋਇਆ, ਉਦੋਂ ਉਹ ਆਸਤਕ ਸੀ, ਨਾਸਤਕ ਨਹੀਂ ਸੀ। ਉਹ ਨਾਸਤਕਤਾ ਨੂੰ ਛੱਡ ਚੁੱਕਾ ਸੀ, ਉਹ ਰੱਬ ਨੂੰ ਸਵੀਕਾਰ ਕਰ ਚੁੱਕਾ ਸੀ, ਉਹ ਸਿੱਖੀ ਨੂੰ ਮੰਨ ਚੁੱਕਾ ਸੀ ਤੇ ਆਪਣੀ ਭੁੱਲਾਂ ਜਿਹੜੀਆਂ ਸਨ ਉਹਨਾਂ ਤੇ ਪਛਤਾਉਂਦਾ ਸੀ। ਹਾਂ, ਭਗਤ ਸਿੰਘ ਨੂੰ ਸਮਾਂ ਨਹੀਂ ਮਿਲਿਆ, ਮੌਕਾ ਮਿਲਦਾ ਤੇ ਸ਼ਾਇਦ ਉਹ ਪਤਾ ਨਹੀਂ ਕਿਹੜੇ ਪਾਸੇ ਤੁਰਦਾ, ਪਰ ਜੋ ਵੀ ਗੱਲ ਸੀਗੀ, ਜੋ ਉੱਥੇ ਵਾਰਤਾ ਹੋਈ, ਉਹ ਬਹੁਤ ਗਹਿਰੀ, ਗੰਭੀਰ ਤੇ ਜਾਣਨ ਵਾਲੀ ਵਿਸ਼ਾ ਹੈ। ਆਪਾਂ ਉਹਦੇ ਬਾਰੇ ਆਪ ਸਾਰਿਆਂ ਦੇ ਨਾਲ ਵਿਚਾਰ ਸਾਂਝੇ ਕਰਾਂਗੇ। ਅੱਜ ਅਸੀਂ ਭਗਤ ਸਿੰਘ ਬਾਰੇ ਜਾਣਾਂਗੇ, ਸਿੱਖ ਪੰਥ ਦੀ ਇੱਕ ਐਸੀ ਮਹਾਨ ਸ਼ਖਸੀਅਤ ਦੇ ਰਾਹੀਂ ਜਿਨ੍ਹਾਂ ਨੂੰ ਪੰਥ ਵਿੱਚ ਸੋਨੇ ਦੀ ਚਿੜੀ ਦੇ ਸਤਿਕਾਰ ਨਾਲ ਜਾਣਿਆ ਜਾਂਦਾ ਹੈ। ਸਤਿਕਾਰਯੋਗ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੁਣਾਂ ਦੀ ਆਪਣੀ ਲਿਖਤ ਜੇਲ੍ਹ ਚਿੱਠੀਆਂ, ਇਹਦੇ ਰਾਹੀਂ ਅਸੀਂ ਜਾਣਾਂਗੇ ਕਿ ਭਾਈ ਸਾਹਿਬ ਦੀ ਜਿਹੜੀ ਮੁਲਾਕਾਤ ਹੁੰਦੀ ਏ ਤੇ ਉਹਦੇ ਜਿਹੜੀਆਂ ਵਿਚਾਰਾਂ ਹੁੰਦੀਆਂ ਨੇ, ਉਹ ਸਾਰਾ ਕੁਝ ਕੀ ਸੀਗਾ। ਇੱਕ ਬੇਨਤੀ ਜ਼ਰੂਰ ਕਰਾਂਗੇ ਕਿ ਇਹ ਵਿਸ਼ਾ ਸਮਾਂ ਮੰਗਦਾ ਹੈ। ਸੋ ਜੇ ਅਸੀਂ ਇਸ ਮਸਲੇ ਨੂੰ ਲੈ ਕੇ ਗੰਭੀਰ ਹਾਂ, ਭਾਵੇਂ ਭਗਤ ਸਿੰਘ ਦਾ ਵਿਰੋਧ ਕਰਨ ਵਾਲੇ ਜਾਂ ਭਗਤ ਸਿੰਘ ਦੇ ਹੱਕ ਵਿੱਚ ਜਾਂ ਨਿਊਟਰਲ ਲੋਕ ਜਿੰਨੇ ਵੀ ਨੇ, ਉਹ ਸਾਰਿਆਂ ਨੂੰ ਬੇਨਤੀ ਹੈ ਕਿ ਆਪਣਾ ਸਮਾਂ ਜ਼ਰੂਰ ਇਸ ਵੀਡੀਓ ਵਾਸਤੇ ਦਿਆ ਜੇ। ਪਿਛਲੇ ਕੁਝ ਸਮੇਂ ਤੋਂ ਪੰਜਾਬ ਤੋਂ ਬਾਹਰ ਪੂਰੇ ਭਾਰਤ ਦੇ ਵਿੱਚ ਵੀ ਕਈ ਥਾਵਾਂ ਤੇ ਇੱਕ ਮੁੱਦਾ ਬਹੁਤ ਜ਼ਿਆਦਾ ਭਖਿਆ ਰਿਹਾ ਕਿ ਭਗਤ ਸਿੰਘ ਨੂੰ ਲੈ ਕੇ, ਭਗਤ ਸਿੰਘ ਦੇ ਕਿਰਦਾਰ ਨੂੰ ਲੈ ਕੇ। ਭਗਤ ਸਿੰਘ ਸ਼ਹੀਦ ਸੀ, ਭਗਤ ਸਿੰਘ ਅੱਤਵਾਦੀ ਸੀ, ਭਗਤ ਸਿੰਘ ਨਾਸਤਕ ਸੀ, ਭਗਤ ਸਿੰਘ ਆਰਿਆ ਸਮਾਜੀ ਸੀ ਜਾਂ ਭਗਤ ਸਿੰਘ ਕੀ ਸੀ। ਸੋ ਅੱਜ ਇਹ ਸਾਰੇ ਮਸਲਿਆਂ ਦੇ ਵਿੱਚ ਸਭ ਦੀ ਰਾਏ, ਸਾਰੀਆਂ ਵਿਚਾਰਾਂ ਬੜੇ ਦਿਨਾਂ ਤੋਂ ਸੁਣਨ ਤੋਂ ਬਾਅਦ ਅਸੀਂ ਆਪਣੇ ਵੱਲੋਂ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਰੱਖਣ ਲੱਗੇ ਹਾਂ ਤੇ ਆਸ ਕਰਾਂਗੇ ਕਿ ਤੁਹਾਨੂੰ ਇਹ ਗੱਲ ਗੰਭੀਰਤਾ ਨਾਲ ਪੇਸ਼ ਜਿਵੇਂ ਅਸੀਂ ਕਰ ਰਹੇ ਹਾਂ ਉਵੇਂ ਸਮਝਣ ਦੇ ਵਿੱਚ ਵੀ ਸਹਿਜਤਾ ਮਹਿਸੂਸ ਹੋਵੇ। ਸੋ ਆਪਾਂ ਭਗਤ ਸਿੰਘ ਨੂੰ ਜਾਣਨਾ ਹੈ, ਭਗਤ ਸਿੰਘ ਬਾਰੇ ਜਾਣਨਾ ਹੈ, ਪਰ ਆਪਾਂ ਕਿਸ ਦੇ ਰਾਹੀਂ ਜਾਣਨਾ ਹੈ। ਕਿ ਆਪਾਂ ਕਿਸੇ ਐਸੇ ਆਸਤਕ, ਰੱਬ ਤੋਂ ਮੁਨਕਰ, ਕਿਸੇ ਕਾਮਰੇਡੀ, ਵਿਦਵਾਨ, ਅਖੌਤੀ ਲਖਾਰੀ ਦੇ ਕੋਲੋਂ ਜਾਣਨਾ ਹੈ। ਅਸੀਂ ਕਿਸੇ ਸੰਕੀਰਣ ਸੋਚ ਵਾਲੇ, ਕਿਸੇ ਸਾਜ਼ਿਸ਼ੀ ਆਰਿਆ ਸਮਾਜੀ ਦੀਆਂ ਲਿਖਤਾਂ ਵਿੱਚੋਂ ਜਾਣਨਾ ਹੈ, ਜਾਂ ਅਸੀਂ ਕਿਸੇ ਰਾਜਨੀਤੀ, ਕੁਰਸੀ ਦੇ ਲੋਭੀ, ਕਿਸੇ ਪਾਰਟੀਬਾਜੀ, ਧਿਰਬਾਜੀ 'ਚ ਫਸੇ ਹੋਏ ਪੀਲੀ ਜਾਂ ਚਿੱਟੀ ਟੋਪੀ ਵਾਲੇ ਜਾਂ ਪੀਲੀ ਪੱਗ ਵਾਲੇ ਕਿਸੇ ਇਹੋ ਜਿਹੇ ਕੋਲੋਂ ਜਾਣਨਾ ਹੈ ਵੀ ਭਗਤ ਸਿੰਘ ਕੀ ਸੀ। ਨਹੀਂ, ਅੱਜ ਅਸੀਂ ਭਗਤ ਸਿੰਘ ਬਾਰੇ ਜਾਣਾਂਗੇ, ਸਿੱਖ ਪੰਥ ਦੀ ਇੱਕ ਐਸੀ ਮਹਾਨ ਸ਼ਖਸੀਅਤ ਦੇ ਰਾਹੀਂ ਜਿਨ੍ਹਾਂ ਨੂੰ ਪੰਥ ਵਿੱਚ ਸੋਨੇ ਦੀ ਚਿੜੀ ਦੇ ਸਤਿਕਾਰ ਨਾਲ ਜਾਣਿਆ ਜਾਂਦਾ ਹੈ। ਗੁਰਬਾਣੀ ਦੇ ਵਿੱਚ ਪੂਰੀ ਤਰ੍ਹਾਂ ਭਿੱਜੀ ਹੋਈ ਇੱਕ ਸਬਰ, ਸਿਦਕ ਤੇ ਸਿਰੜ ਵਾਲੀ ਰੂਹ, ਕੁਰਬਾਨੀਆਂ ਦੀ ਜਿਉਂਦੀ ਜਾਗਦੀ ਮੂਰਤ, ਸਤਿਕਾਰਯੋਗ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੁਣਾਂ ਦੀ ਆਪਣੀ ਲਿਖਤ, ਜੋ ਉਹਨਾਂ ਨੇ ਭਗਤ ਸਿੰਘ ਨਾਲ ਮੁਲਾਕਾਤ ਦੀ ਪੂਰੀ
ਜਿਹੜੀ ਇੱਕ ਗਵਾਹੀ ਸੀ ਜਾਂ ਜੋ ਉਹ ਬਿਰਤਾਂਤ ਸੀ ਸਾਰਾ ਦਾ ਸਾਰਾ, ਉਹਨੂੰ ਜੋ ਲਿਖਿਆ ਉਹਨਾਂ ਨੇ ਉਹਨਾਂ ਦੇ ਆਪਣੇ ਵੱਲੋਂ, ਉਹਦੇ ਰਾਹੀਂ ਉਹਨਾਂ ਦਾ ਸਬਰ, ਉਹਨਾਂ ਦਾ ਸਿਦਕ, ਉਹਨਾਂ ਦੀ ਸੂਰਮਤਾਈ ਪੰਥ ਵਿੱਚ ਜਿੰਨੇ ਵੀ ਜਾਗਰੂਕ ਪੜ੍ਹਨ ਲਿਖਣ ਵਾਲੇ ਜਾਂ ਗੁਰਸਿੱਖ ਉਹ ਸਾਰੇ ਜਾਣਦੇ ਨੇ। ਐਡੀ ਲੰਮਾ ਸਮਾਂ ਉਹਨਾਂ ਨੇ ਜੇਲ੍ਹ ਕੱਟੀ, ਉੱਥੇ ਕਿਸ ਤਰ੍ਹਾਂ ਸਿੱਖੀ ਸਿਦਕ ਸਬਰ ਪਾਲਿਆ, ਸਿੱਖੀ ਦਾ ਪ੍ਰਚਾਰ ਕੀਤਾ, ਬਾਹਰ ਆ ਕੇ ਵੀ ਜਿਸ ਤਰ੍ਹਾਂ, ਉਹ ਸਾਰਾ ਜੀਵਨ ਹੀ ਉਹਨਾਂ ਦਾ ਗੁਰਬਾਣੀ ਹੈ। ਤੇ ਆਪਾਂ ਭਗਤ ਸਿੰਘ ਬਾਰੇ ਕੱਚ ਘਰ ਲਿਖਤਾਂ, ਲੋਕਾਂ ਦੇ ਖਿਆਲ ਜਾਂ ਉਹਦੇ ਬਾਰੇ ਗਲਤ ਤਿਆਰ ਕੀਤੀ ਗਈਆਂ ਧਾਰਨਾਵਾਂ ਦੇ ਆਧਾਰ ਤੇ ਨਾ ਜਾਣਦਿਆਂ ਹੋਇਆਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਣਾ ਵੱਲੋਂ ਲਿਖੀ ਗਈ ਲਿਖਤ ਜਿਹੜੀ ਏ ਉਹਦੇ ਹਵਾਲੇ ਨਾਲ ਜਾਣਨ ਦੀ ਅੱਜ ਕੋਸ਼ਿਸ਼ ਕਰਾਂਗੇ। ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਕਿਸੇ ਬਾਰੇ ਇੱਕ ਖਾਸ ਕਿਸਮ ਦੀ ਸੋਚ, ਇੱਕ ਵਿਚਾਰਧਾਰਾ ਬਣਾਈ ਜਾਂਦੀ ਹੈ। ਇਹ ਭਗਤ ਸਿੰਘ ਦੇ ਵੇਲੇ ਤੋਂ ਲੈ ਕੇ ਤੇ ਅੱਜ ਤੱਕ ਉਦੋਂ ਦੀਆਂ ਅਖਬਾਰਾਂ ਵਿੱਚ ਲਿਖਤਾਂ ਦੇ ਰਾਹੀਂ, ਉਸ ਤੋਂ ਬਾਅਦ ਹਿੰਦੁਸਤਾਨ ਦੀ ਪੜ੍ਹਾਈ ਦਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹਦੇ ਰਾਹੀਂ ਵੀ, ਫਿਲਮਾਂ ਦੇ ਰਾਹੀਂ ਵੀ, ਬਾਕੀ ਮੀਡੀਆ ਦੇ ਰਾਹੀਂ ਵੀ ਇੱਕ ਪ੍ਰੋਪੇਗੈਂਡਾ ਫੈਲਾਇਆ ਗਿਆ ਵੀ ਉਹ ਨਾਸਤਕ ਸੀ ਜਾਂ ਉਹ ਆਰਿਆ ਸਮਾਜੀ ਸੀ। ਉਹਦਾ ਪ੍ਰਭਾਵ ਜਿਨ੍ਹਾਂ ਲੋਕਾਂ ਨੇ ਪੜ੍ਹਾਈ ਇਸੇ ਸਿਸਟਮ ਦੇ ਵਿੱਚ ਰਹਿ ਕੇ ਕੀਤੀ ਸੀ, ਉਹਨਾਂ ਦੀ ਵੀ ਇੱਕ ਵਿਚਾਰਧਾਰਾ ਬਣੀ। ਸੋ ਜੋ ਵਿਚਾਰਾਂ ਪਿਛਲੇ ਕੁਝ ਸਮੇਂ ਤੋਂ ਆਈਆਂ, ਸਰਦਾਰ ਸਿਮਰਨਜੀਤ ਸਿੰਘ ਮਾਨ ਹਰਾਂ ਵੱਲੋਂ ਵੀ ਜੋ ਗੱਲਾਂ ਕਹੀਆਂ ਗਈਆਂ, ਅਸੀਂ ਉਹਨਾਂ ਨੂੰ ਡਿਨਾਈ ਨਹੀਂ ਕਰਦੇ, ਅਸੀਂ ਇਹ ਨਹੀਂ ਕਹਿੰਦੇ ਵੀ ਉਹ ਗਲਤ ਨੇ। ਜੋ ਕੁਝ ਪਰੋਸਿਆ ਗਿਆ, ਜੋ ਇੱਕ ਨੈਰੇਟਿਵ ਸਿਰਜਿਆ ਗਿਆ ਭਗਤ ਸਿੰਘ ਬਾਰੇ, ਉਹਦੇ ਵਿੱਚੋਂ ਨਿਕਲ ਕੇ ਆਈਆਂ ਹੋਈਆਂ ਗੱਲਾਂ ਸਨ, ਜਾਂ ਇੱਕ ਬੇਇਨਸਾਫੀ ਜਿਹੜੀ ਸਿੱਖ ਕੌਮ ਦੇ ਉਹਨਾਂ ਸ਼ਹੀਦਾਂ ਨਾਲ ਕੀਤੀ ਜਾ ਰਹੀ ਸੀ, ਕਰਤਾਰ ਸਿੰਘ ਸਰਾਭਾ, ਗਦਰੀ ਬਾਬੇ ਆਦਿ ਸਾਰੇ ਜਿਹੜੇ ਸਨ, ਤੇ ਕੱਲਾ ਇੱਕ ਭਗਤ ਸਿੰਘ ਨੂੰ ਨਾਇਕ ਬਣਾ ਕੇ ਪੇਸ਼ ਕੀਤਾ ਜਾ ਰਿਹਾ ਸੀ। ਉਹਦੇ ਵਿੱਚੋਂ ਨਿਕਲੀ ਹੋਈ ਇੱਕ ਨਮੋਸ਼ੀ ਕਹਿ ਲਓ, ਨਾਰਾਜ਼ਗੀ ਕਹਿ ਲਓ, ਜਾਂ ਕੁਝ ਵੀ ਉਹਦੇ ਵਾਸਤੇ ਨਾ ਤੁਸੀਂ ਰੱਖ ਸਕਦੇ ਹੋ, ਪਰ ਉਹ ਇਹਨਾਂ ਵੱਲੋਂ ਸਾਰੇ ਸਾਜ਼ਿਸ਼ੀ ਸਿਰਜੇ ਗਏ ਜਿਹੜੇ ਬਿਰਤਾਂਤ ਸਨ, ਉਹਦੇ ਵਿੱਚੋਂ ਨਿਕਲੀਆਂ ਹੋਈਆਂ ਕੁਝ ਗੱਲਾਂ ਨੇ। ਪਰ ਭਗਤ ਸਿੰਘ ਵਾਕਈ ਹੀ ਨਾਸਤਕ ਵੀ ਰਿਹਾ, ਉਹ ਆਰਿਆ ਸਮਾਜੀਆਂ ਨਾਲ ਵੀ ਉਹਦਾ ਇੱਕ ਜੁੜਦਾ ਸਿਸਟਮ ਸਾਰਾ, ਇਹ ਗੱਲਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਹ ਪੰਜਾਬੀ ਭਾਸ਼ਾ ਦਾ ਵਿਰੋਧੀ ਵੀ ਰਿਹਾ, ਉਹ ਸਿੱਖ ਧਰਮ ਬਾਰੇ ਵੀ ਜਿਹੜਾ ਸੀ ਕੱਚ ਘੱਟ ਜਾਣਕਾਰੀਆਂ ਦੇ ਆਧਾਰ ਤੇ ਸਿੱਖੀ ਦੇ ਵਿਰੋਧ 'ਚ ਭੁਗਤਣ ਵਾਲੀ ਗੱਲ 'ਚ ਵੀ ਰਿਹਾ। ਗੁਰੂ ਸਾਹਿਬਾਨਾਂ ਦੇ ਜੀਵਨ ਜਾਂ ਬਾਣੀ ਬਾਰੇ ਵੀ ਉਹਨੂੰ ਨਹੀਂ ਸੀ ਜਾਣਕਾਰੀ, ਤੇ ਉਹ ਪੁੱਠੇ ਸਿੱਧੇ ਬਿਆਨ ਹੀ ਦਿੰਦਾ ਰਿਹਾ। ਸਿੱਖੀ ਸਿਧਾਂਤਾਂ ਤੋਂ ਪਾਸੇ ਹਟ ਕੇ ਇੱਕ ਫੋਕੀ ਰਾਸ਼ਟਰਵਾਦਤਾ ਦੇ ਵਿੱਚ ਉਲਝ ਕੇ ਉਹ ਬੜਾ ਕੁਝ ਗਲਤ ਕਰਦਾ ਰਿਹਾ। ਪਰ ਗੱਲ ਇਹ ਨਹੀਂ ਹੁੰਦੀ, ਗੁਰੂ ਅੰਗਦ ਦੇਵ ਪਾਤਸ਼ਾਹ ਪਹਿਲਾਂ ਕੀ ਸਨ, ਕਿੱਥੇ ਜਾਂਦੇ ਸਨ, ਪਰ ਜਦੋਂ ਗੁਰੂ ਘਰ ਆਏ ਫਿਰ ਕੀ ਸੀ, ਜਾਂ ਹੋਰ ਜਿਹੜੇ ਸਿੱਖ ਇਤਿਹਾਸ 'ਚ ਬੇਅੰਤ ਇਹੋ ਜਿਹੇ ਬੇਸ਼ੁਮਾਰ ਇਹੋ ਜਿਹੇ ਨਾਂ ਨੇ ਜਿਹੜੇ ਪਹਿਲਾਂ ਕਿਸ ਤਰ੍ਹਾਂ ਸਨ, ਭਾਵੇਂ ਭੂਮੀਆ ਚੋਰ ਹੋਵੇ, ਸੱਜਣ ਠੱਗ ਹੋਵੇ, ਜਾਂ ਬਾਬਾ ਬਿਧੀ ਚੰਦ ਹੋਣ, ਪਰ ਉਹ ਬਾਅਦ ਵਿੱਚ ਕੀ ਬਣੇ। ਗੱਲ ਇਹ ਹੁੰਦੀ ਏ। ਹਾਂ, ਭਗਤ ਸਿੰਘ ਨੂੰ ਸਮਾਂ ਨਹੀਂ ਮਿਲਿਆ, ਮੌਕਾ ਮਿਲਦਾ ਤੇ ਸ਼ਾਇਦ ਉਹ ਪਤਾ ਨਹੀਂ ਕਿਹੜੇ ਪਾਸੇ ਤੁਰਦਾ, ਪਰ ਜੋ ਵੀ ਗੱਲ ਸੀਗੀ, ਜੋ ਉੱਥੇ ਵਾਰਤਾ ਹੋਈ, ਉਹ ਬਹੁਤ ਗਹਿਰੀ, ਗੰਭੀਰ ਤੇ ਜਾਣਨ ਵਾਲੀ ਵਿਸ਼ਾ ਹੈ। ਆਪਾਂ ਉਹਦੇ ਬਾਰੇ ਆਪ ਸਾਰਿਆਂ ਦੇ ਨਾਲ ਵਿਚਾਰ ਸਾਂਝੇ ਕਰਾਂਗੇ। ਸੋ ਇਹ ਕਿਤਾਬ ਜਿਹੜੀ ਏ ਭਾਈ ਸਾਹਿਬ ਭਾਈ ਰਣਧੀਰ ਸਿੰਘ ਉਹਨਾਂ ਦੀ ਲਿਖੀ ਹੋਈ ਜੇਲ੍ਹ ਚਿੱਠੀਆਂ, ਇਹਦੇ ਰਾਹੀਂ ਅਸੀਂ ਜਾਣਾਂਗੇ ਕਿ ਭਾਈ ਸਾਹਿਬ ਦੀ ਜਿਹੜੀ ਮੁਲਾਕਾਤ ਹੁੰਦੀ ਏ ਤੇ ਉਹਦੇ ਜਿਹੜੀਆਂ ਵਿਚਾਰਾਂ ਹੁੰਦੀਆਂ ਨੇ, ਉਹ ਸਾਰਾ ਕੁਝ ਕੀ ਸੀਗਾ। ਹੁਣ ਇੱਥੇ ਮੈਂ ਬਹੁਤਾ ਜ਼ਿਆਦਾ ਉਹ ਸਮਾਂ ਉਸ ਹਿਸਾਬ ਨਾਲ ਨਹੀਂ ਲਾਂਗੇ। ਅਸੀਂ ਚਾਹਾਂਗੇ ਵੀ ਜਿੰਨੀ ਜਲਦੀ ਹੋ ਸਕੇ, ਜਿੰਨੇ ਛੋਟੇ 'ਚ ਹੋ ਸਕੇ, ਇਸ ਗੱਲ ਨੂੰ ਆਪਾਂ ਸਾਂਝਾ ਕਰੀਏ। ਪਰ ਇੱਕ ਬੇਨਤੀ ਜ਼ਰੂਰ ਕਰਾਂਗੇ ਕਿ ਇਹ ਵਿਸ਼ਾ ਸਮਾਂ ਮੰਗਦਾ ਹੈ। ਸੋ ਜੇ ਅਸੀਂ ਇਸ ਮਸਲੇ ਨੂੰ ਲੈ ਕੇ ਗੰਭੀਰ ਹਾਂ, ਭਾਵੇਂ ਭਗਤ ਸਿੰਘ ਦਾ ਵਿਰੋਧ ਕਰਨ ਵਾਲੇ ਜਾਂ ਭਗਤ ਸਿੰਘ ਦੇ ਹੱਕ ਵਿੱਚ ਜਾਂ ਨਿਊਟਰਲ ਲੋਕ ਜਿਹੜੇ ਵੀ ਨੇ, ਉਹ ਸਾਰਿਆਂ ਨੂੰ ਬੇਨਤੀ ਹੈ ਕਿ ਆਪਣਾ ਸਮਾਂ ਜ਼ਰੂਰ ਇਸ ਵੀਡੀਓ ਵਾਸਤੇ ਦਿਆ ਜੇ, ਕਿਉਂਕਿ ਇਹ ਖਾਸ ਬੇਨਤੀ ਆਪ ਸਾਰਿਆਂ ਵਾਸਤੇ ਤਿਆਰ ਕਰਨ ਲੱਗਿਆ ਵੀਡੀਓ। ਆਪਾਂ ਇੱਕ ਵਾਰੀ ਪੂਰੀ ਵਿਚਾਰ ਇਹ ਜ਼ਰੂਰ ਸੁਣੀਏ ਕਿ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਣੀ ਆਪਣੀ ਕਲਮ ਦੇ ਨਾਲ ਜੋ ਬੀਤਿਆ ਵਾਪਰਿਆ ਉਹ ਕੀ ਲਿਖਦੇ ਨੇ। ਹੁਣ ਇਹਦੇ 'ਚ ਜ਼ਿਕਰ ਆਉਂਦਾ ਉਹਨਾਂ ਦਾ ਸਨ 1930 ਦਾ 4 ਅਕਤੂਬਰ ਦੇ ਸਮੇਂ ਦਾ, ਜਦੋਂ ਉਹਨਾਂ ਦੀ ਰਿਹਾਈ ਦੇ ਆਦੇਸ਼ ਆਉਂਦੇ ਨੇ ਜੇਲ੍ਹ ਦੇ ਵਿੱਚੋਂ, ਤੇ ਉਹ ਦੱਸਦੇ ਨੇ ਵੀ ਦਰੋਗਾ ਜਿਹੜਾ ਉਹਨਾਂ ਨੂੰ ਇੱਕ ਖੁਸ਼ਖਬਰੀ ਸੁਣਾਉਣ ਆਇਆ, ਤੇ ਉਹ ਦਰੋਗੇ ਨੂੰ ਇਹ ਕਹਿੰਦੇ ਨੇ ਵੀ ਤੂੰ ਇੱਕ ਵਾਅਦਾ, ਇੱਕ ਗੱਲ ਮੇਰੇ ਨਾਲ ਕੀਤੀ ਸੀ, ਉਹ ਪੂਰੀ ਕਰ। ਤੇ ਉਹ ਕਹਿੰਦਾ ਹਾਂ, ਭਗਤ ਸਿੰਘ ਨਾਲ ਤੁਹਾਡੀ ਮੁਲਾਕਾਤ ਦੀ? ਉਹ ਕਹਿਣ ਲੱਗੇ ਹਾਂ। ਤੇ ਕਹਿੰਦਾ 2 ਘੰਟੇ ਦੀ ਖੁੱਲੀ ਛੁੱਟੀ ਦਾ ਇੰਤਜ਼ਾਮ ਮੈਂ ਕਰ ਲਿਆ, ਤੇ ਤੁਸੀਂ ਉਹਨਾਂ ਨਾਲ ਮਿਲ ਸਕਦੇ ਹੋ। ਆਪਾਂ ਇੱਥੇ ਗੱਲ ਸਮਝਣੀ ਹੈ ਹਰੇਕ ਚੀਜ਼ ਨੂੰ। ਕਹਿੰਦਾ ਜਿਸ ਦਿਨ ਰਣਧੀਰ ਸਿੰਘ ਇਸ ਜੇਲ੍ਹ ਵਿੱਚ ਆਇਆ ਸੀ, ਉਸੇ ਦਿਨ ਹੀ ਭਗਤ ਸਿੰਘ ਫਾਂਸੀ ਵਾਲੇ ਨੇ ਆਪ ਦੇ ਪਾਸ ਉਸ ਨੂੰ ਮਿਲਣ ਲਈ ਦਰਖਾਸਤ ਕੀਤੀ ਸੀ। ਇਹ ਗੱਲ ਦਰੋਗਾ ਜੇਲ੍ਹ ਸੁਪਰਡੈਂਟ ਨੂੰ ਕਹਿ ਰਿਹਾ, ਕਿਉਂਕਿ ਉਹਨੇ ਕਿਹਾ ਮੈਂ ਤੁਹਾਡੀ ਮੁਲਾਕਾਤ ਦਾ ਇੰਤਜ਼ਾਮ ਜੇਲ੍ਹ ਸੁਪਰਡੈਂਟ ਗੱਲ ਕਰਕੇ ਕਰਾ ਦਿੱਤਾ। ਤੇ ਉਹਨੇ ਭਾਨਾ ਇਹ ਲਾਇਆ ਵੀ ਜੇ ਅਸੀਂ ਭਾਈ ਰਣਧੀਰ ਸਿੰਘ ਉਹਨਾਂ ਨੂੰ ਇਸ ਵੇਲੇ ਬਾਹਰ ਕੱਢਨੇ ਆ, ਸੁਪਰਡੈਂਟ ਇੱਕ ਗੱਲ ਕਰਦਾ ਹੈ
ਵੀ ਜੇ ਉਹਨਾਂ ਨੂੰ ਬਾਹਰ ਕੱਢਿਆ ਤੇ ਬਾਹਰ ਜਲਸੇ ਜਲੂਸ ਸ਼ੁਰੂ ਹੋ ਜਾਣਗੇ, ਬੜਾ ਹਾਲਾਤ ਉਹੋ ਜਿਹੇ ਬਣ ਜਾਣਗੇ, ਸਾਡੇ ਵਾਸਤੇ ਮੁਸ਼ਕਲ ਹੋ ਜਾਏਗੀ। ਤੇ ਉਹ ਦਰੋਗਾ ਭਾਈ ਸਾਹਿਬ ਨੂੰ ਕਹਿੰਦਾ ਕਿ ਮੈਂ ਸੁਪਰਡੈਂਟ ਨੂੰ ਇਹ ਕਿਹਾ ਕਿ ਤੁਸੀਂ ਇੱਕ ਚਾਲ ਚੱਲੋ, ਤੁਸੀਂ ਅਜੇ ਭਾਈ ਰਣਧੀਰ ਸਿੰਘ ਨੂੰ ਬਾਹਰ ਨਹੀਂ ਕੱਢਦੇ, ਅਸੀਂ ਉਹਨਾਂ ਨੂੰ ਭਗਤ ਸਿੰਘ ਨਾਲ ਮੁਲਾਕਾਤ ਕਰਨ ਵਾਸਤੇ ਭੇਜ ਦਿੰਦੇ ਆ, ਤਾਂ ਕਿ ਉਹ ਸਮਾਂ ਲੰਘ ਜਾਏ ਤੇ ਫਿਰ ਲੇਟ ਨਾਈਟ ਆਪਾਂ ਉਹਨਾਂ ਨੂੰ ਬਾਹਰ ਕੱਢ ਦਿਆਂਗੇ, ਜਿੰਨੀ ਦੇਰ ਤੱਕ ਜਿਹੜੇ ਬਾਹਰ ਲੋਕ ਕਨਸੂਆਂ ਲੈਣ ਵਾਲੇ ਨੇ ਜਾਂ ਕੋਈ ਆਸ ਉਮੀਦ ਵਾਲੇ ਉਹ ਚਲੇ ਜਾਣਗੇ। ਸੋ ਕਹਿੰਦਾ ਮੈਂ ਇਸ ਤਰ੍ਹਾਂ ਕਰਕੇ ਸੁਪਰਡੈਂਟ ਨੂੰ ਤਿਆਰ ਕਰ ਲਿਆ। ਤੇ ਇਹਦੇ ਚੋਂ ਜਿਹੜੀ ਗੱਲ ਕਰਦਾ ਹੈ ਉਹ ਸਮਝਣ ਵਾਲੀ ਹੈ ਕਿ ਜਿਸ ਦਿਨ ਰਣਧੀਰ ਸਿੰਘ ਇਸ ਜੇਲ੍ਹ ਵਿੱਚ ਆਇਆ, ਇਹ ਸੁਪਰਡੈਂਟ ਨੂੰ ਦਰੋਗਾ ਕਹਿ ਰਿਹਾ ਕਿ ਆਪ ਨੂੰ ਯਾਦ ਹੋਵੇਗਾ ਕਿ ਉਸੇ ਦਿਨ ਹੀ ਭਗਤ ਸਿੰਘ ਫਾਂਸੀ ਵਾਲੇ ਨੇ ਆਪ ਦੇ ਪਾਸ ਉਸ ਨੂੰ ਮਿਲਣ ਲਈ ਦਰਖਾਸਤ ਕੀਤੀ ਸੀ। ਇਹ ਦਰਖਾਸਤ ਕੌਣ ਦੇ ਰਿਹਾ? ਭਗਤ ਸਿੰਘ ਦੇ ਰਿਹਾ ਭਾਈ ਸਾਹਿਬ ਭਾਈ ਰਣਧੀਰ ਸਿੰਘ ਨੂੰ ਮਿਲਣ ਵਾਸਤੇ, ਪਰ ਆਪ ਨੇ ਮਨਜ਼ੂਰ ਨਹੀਂ ਕੀਤੀ ਸੀ। ਮੇਰੇ ਖਿਆਲ ਵਿੱਚ ਜੇ ਹੁਣ ਅਸੀਂ ਮੁਲਾਕਾਤ ਦੀ ਇਜਾਜ਼ਤ ਦੇ ਦਈਏ ਤਾਂ 2 ਘੰਟੇ ਐਵੇਂ ਹੀ ਗੁਜ਼ਰ ਜਾਣਗੇ। ਸੋ ਇਹ ਇੱਕ ਉਹਨਾਂ ਦੀ ਮੁਲਾਕਾਤ ਦਾ ਜਿਹੜਾ ਇੱਕ ਸਬਬ ਬਣਿਆ, ਜੋ ਇੱਕ ਵਿਉਂਤ ਰਚੀ ਗਈ, ਉਹ ਹੈ। ਹੁਣ ਜਿਹੜੀ ਉੱਥੇ ਗੱਲਬਾਤ ਸ਼ੁਰੂ ਹੁੰਦੀ ਹੈ, ਅਸੀਂ ਉਸ ਪਾਸੇ ਵੱਲ ਵਧਾਂਗੇ। ਉਹ ਕਹਿੰਦੇ ਮੈਨੂੰ ਦੂਰੋਂ ਦੇਖ ਕੇ ਹੀ ਮੇਰੇ ਵੱਲ ਭੱਜਿਆ ਆਇਆ ਤੇ ਮੈਂ ਹਾਤੇ ਦੇ ਜੰਗਲੇ ਦੇ ਬਾਹਰ ਖਲੋਤਾ ਰਿਹਾ। ਉਸਨੇ ਅੰਦਰ-ਬਾਹਰ ਐਨ ਮੇਰੇ ਕੋਲ ਆ ਕੇ ਬੜੇ ਹੀ ਸਤਿਕਾਰ ਨਾਲ ਮੈਨੂੰ ਨਮਸਕਾਰ ਕੀਤੀ ਅਤੇ ਝੁਕ ਕੇ ਜੋ ਹਾਰ ਕੀਤਾ। ਮੈਂ ਵੀ ਦੋਵੇਂ ਕਰ ਜੋੜ ਫਤਿਹ ਬੁਲਾਈ। ਕੈਦੀ ਵਾਰਡਰ ਸਾਨੂੰ ਕੋਲ ਕਰਕੇ ਲਾਂਭੇ ਹੋ ਗਿਆ। ਅੰਦਰਲੇ ਹਾਤੇ ਵੱਲੋਂ ਵੀ ਕੋਈ ਸਿਪਾਹੀ ਜਾਂ ਵਾਰਡਰ ਸਾਡੇ ਨੇੜੇ ਨਾ ਆਇਆ। ਅਸੀਂ ਦੋਏ ਪੂਰੇ ਇਕਾਂਤ ਵਿੱਚ ਪਰਸਪਰ ਆਮੋ ਸਾਹਮਣੇ ਹੋਏ ਖਲੋਤੇ ਹਾਂ। ਭਗਤ ਸਿੰਘ ਬਿਰਹ ਮਿਲਾਪ ਦੀ ਕਰੁਣਾ ਕਿਰਤਗਨੀ ਖੁਸ਼ੀ ਵਿੱਚ ਉਛਲ ਕੇ ਜਾਰੋ ਜਾਰ ਕਤਾਰ ਹੰਝੂ ਬਹਾ ਰਿਹਾ ਹੈ। ਆਪਾਂ ਇਹਦੇ ਵਿੱਚ ਵਰਤੇ ਗਏ ਅੱਖਰ ਸ਼ਬਦਾਵਲੀ ਨੂੰ ਪੂਰੇ ਧਿਆਨ ਨਾਲ ਸੁਣਨਾ ਹੈ। ਇਹ ਤੁਹਾਡੇ ਸਾਹਮਣੇ ਬੇਨਤੀ ਕਰਨ ਦਾ ਮੇਨ ਮਕਸਦ ਹੀ ਇਹ ਸੀ ਕਿ ਉਹ ਸਾਰਾ ਜੋ ਬਿਰਤਾਂਤ ਉੱਥੇ ਬੀਤ ਰਿਹਾ ਸੀ, ਜੋ ਕੁਝ ਉੱਥੇ ਹੋ ਰਿਹਾ ਸੀ, ਅਸੀਂ ਉਹਨੂੰ ਗੰਭੀਰਤਾ ਨਾਲ ਸਮਝੀਏ, ਕਿਉਂਕਿ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਲੋਂ ਵੱਡੀ ਗਵਾਹੀ ਮੈਂ ਨਹੀਂ ਸਮਝਦਾ। ਇਸ ਵੇਲੇ ਸਾਨੂੰ ਕਿਸੇ ਹੋਰ ਦੀ ਲੋੜ ਹੈ। ਕਹਿੰਦੇ ਅਣਡਿੱਠਿਆਂ ਹੀ ਇਤਨੇ ਪਿਆਰ ਸਤਕਾਰ ਦੀ ਬਹਿਬਲਤਾ ਵਿਰਲੀ ਵਾਂਝੀ ਹੀ ਡਿੱਠੀ ਸੁਣੀ ਹੈ। ਜਾਣੋ ਮੁੱਦਤਾਂ ਦਾ ਹੀ ਜਾਣੂ ਪਛਾਣੂ ਹੈ। ਗਦਗਦ ਹੋ ਕੇ ਕਹਿਣ ਲੱਗਾ, ਅੱਜ ਮੇਰੀਆਂ ਖੁਸ਼ੀਆਂ ਦੀ ਹੱਦ ਕੋਈ ਨਹੀਂ ਰਹੀ। ਮੇਰੇ ਦਿਲ ਵਿੱਚ ਇਹ ਤਾਂਘ ਦਿਨ ਰਾਤ ਰਹਿੰਦੀ ਸੀ ਕਿ ਕਿਵੇਂ ਅਤੇ ਕਦੋਂ ਆਪ ਦੇ ਦਰਸ਼ਨ ਨਸੀਬ ਹੋਣ। ਸੋ ਅੱਜ ਇਹ ਭਾਗਾਂ ਭਰੀ ਘੜੀ ਹੈ ਕਿ ਮੇਰੀਆਂ ਆਸਾਂ ਪੂਰੀਆਂ ਹੋਈਆਂ। ਮੈਂ ਆਪ ਦਾ ਜੀਵਨ ਅਤੇ ਆਪ ਦੀਆਂ ਜੇਲ੍ਹ ਕਰੜਾਈਆਂ ਦੀਆਂ ਘਾਲਾਂ ਸੁਣ ਕੇ ਹੀ ਆਪ ਦਾ ਪ੍ਰੇਮ ਸਦਾਈ ਹੋ ਗਿਆ ਸੀ। ਇਹ ਭਗਤ ਸਿੰਘ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਣਾ ਨੂੰ ਕਹਿ ਰਿਹਾ ਉਹਨਾਂ ਦੇ ਬਾਬਤ। 1914-15 ਵਾਲਿਆਂ ਦੀ ਦੇਸ਼ ਭਗਤੀ ਦੀ ਸੱਚੀ ਸੁੱਚੀ ਨਜ਼ੀਰ ਨੇ ਮੇਰੇ ਵਰਗੇ ਨਾਚੀਜ਼ ਪੁਰਸ਼ਾਂ ਨੂੰ ਕੌਮ ਭਗਤੀ ਦੀ ਹੁੱਬ ਲਈ ਉਭਾਰਿਆ ਹੈ। ਇਹ ਬਿਆਨ ਭਗਤ ਸਿੰਘ ਦਾ ਹੈ, ਕਿਸੇ ਕਾਮਰੇਡੀ ਦਾ ਨਹੀਂ, ਕਿਸੇ ਆਰਿਆ ਸਮਾਜੀ ਦਾ ਨਹੀਂ। ਇੱਕ ਭਗਤ ਸਿੰਘ ਖੁਦ ਆਪਣੇ ਮੂੰਹੋਂ ਭਾਈ ਸਾਹਿਬ ਨੂੰ ਇਹ ਗੱਲ ਕਹਿ ਰਿਹਾ ਹੈ ਕਿ 1914-15 ਦੇ ਜਿਹੜੇ ਦੇਸ਼ ਭਗਤ ਸਨ, ਭਾਵ ਗਦਰੀ ਬਾਬੇ, ਜਿਹੜੀ ਉਸ ਵੇਲੇ ਦੀ ਮੂਵਮੈਂਟ ਚੱਲੀ ਏ, ਮੈਂ ਉਹਦੇ ਤੋਂ ਪ੍ਰਭਾਵਿਤ ਹੋਇਆ ਵਾਂ ਤੇ ਮੈਨੂੰ ਉਹਨਾਂ ਨੇ ਹੀ ਦੇਸ਼ ਭਗਤੀ ਲਈ ਉਭਾਰਿਆ ਹੈ। ਸੋ ਇੱਥੇ ਇੱਕ ਗੱਲ ਸਮਝਣ ਵਾਲੀ ਏ ਵੀ ਉਹਦੇ ਆਈਡੀਅਲ ਕੌਣ ਸਨ। ਠੀਕ ਹੈ ਨਾ। ਜੋ ਘਾਲਾਂ ਆਪ ਸੱਜਣਾ ਨੇ ਘਾਲੀਆਂ ਹਨ, ਉਸ ਦੇ ਮੁਕਾਬਲੇ ਵਿੱਚ ਮੈਂ ਜਿਹੇ ਦੀਆਂ ਕਰਨੀਆਂ ਤਾਂ ਐਵੇਂ ਤੁੱਛ ਮਾਤਰ ਹੀ ਹਨ। ਮੇਰੇ ਹਿਰਦੇ ਉੱਤੇ ਆਪ ਦੇ ਜੀਵਨ ਦਾ ਅਸਰ ਖਾਸ ਖਸੂਸੀਅਤ ਨਾਲ ਅਸਰ ਪਜ਼ੀਰ ਹੋਇਆ ਹੈ। ਆਪ ਨੂੰ ਸ਼ਾਇਦ ਮੁਨਸ਼ੀ ਮੰਨਾ ਸਿੰਘ ਨੇ ਦੱਸਿਆ ਹੀ ਹੋਣਾ ਹੈ ਕਿ ਕਿਸ ਇਸ਼ਤਿਆਕ ਨਾਲ ਮੈਂ ਮਹੀਨਿਆਂ ਬੱਧੀ ਆਪ ਨੂੰ ਯਾਦ ਕਰਦਾ ਰਿਹਾ ਹਾਂ। ਇਹ ਪ੍ਰੇਮ ਹੁੰਦਾ ਹੈ, ਇਹਨੂੰ ਪਿਆਰ ਕਹਿੰਦੇ ਨੇ, ਜਿਹੜਾ ਭਗਤ ਸਿੰਘ ਪ੍ਰਗਟ ਕਰ ਰਿਹਾ। ਮੈਂ ਸਾਫ਼ ਕਹਾਂਗਾ ਕਿ ਮੇਰੀ ਖਿੱਚ ਨਹੀਂ ਆਪ ਨੂੰ ਖਿੱਚ ਕੇ ਇਸ ਜੇਲ੍ਹ ਵਿੱਚ ਮੁੜ 16 ਸਾਲ ਪਿੱਛੋਂ ਲੈ ਆਂਦਾ ਹੈ, ਕਿਉਂਕਿ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਣੀ 16 ਸਾਲ ਪਹਿਲਾਂ ਇਸ ਜੇਲ੍ਹ ਵਿੱਚ ਸਨ। ਫਿਰ ਉਸ ਤੋਂ ਬਾਅਦ ਉਹਨਾਂ ਦੀ ਬਦਲੀ ਹੁੰਦੀ ਚਲੀ ਗਈ ਤੇ 16 ਸਾਲਾਂ ਬਾਅਦ ਦੁਬਾਰਾ ਇਸ ਜੇਲ੍ਹ 'ਚ ਆਏ ਨੇ। ਤੇ ਭਗਤ ਸਿੰਘ ਦਾ ਇਹ ਇੱਕ ਭਾਵਨਾ, ਇੱਕ ਸ਼ਰਧਾ ਹੈ ਕਿ ਤੁਸੀਂ ਮੇਰੇ ਯਾਦ ਕਰਨ ਕਰਕੇ ਹੀ ਦੁਬਾਰਾ ਇੱਥੇ ਆਏ ਹੋ, ਤਾਂ ਕਿ ਮੇਰੀ ਤੁਹਾਡੀ ਮੁਲਾਕਾਤ ਹੋ ਸਕੇ। ਜਦੋਂ ਦਾਸ ਨੇ ਆਪ ਨੂੰ ਮੁਲਾਕਾਤ ਕਰਨ ਦਾ ਪਹਿਲਾ ਸੰਦੇਸ਼ਾ ਭੇਜਿਆ ਸੀ, ਉਸ ਸੰਦੇਸ਼ੇ ਦੇ ਉੱਤਰ ਵਿੱਚ ਜੋ ਆਪ ਦਾ ਹੁਕਮਨਾਮਾ ਕੇਸ ਦਾੜੀ ਰੱਖਣ ਦਾ ਪੁੱਜਾ ਸੀ, ਸੋ ਦਾਸ ਹਿੱਤੋਂ ਚਿੱਤੋਂ ਕਮਾਉਣ ਨੂੰ ਤਿਆਰ ਹੈ। ਇਹ ਭਗਤ ਸਿੰਘ ਕਹਿ ਰਿਹਾ ਹੈ। ਆਪ ਦੇ ਅੱਗੇ ਬੜਾ ਸ਼ਰਮਸਾਰ ਵੀ ਹਾਂ ਅਤੇ ਨਿਚੱਕ ਹੋ ਕੇ ਦੱਸਣ ਨੂੰ ਤਿਆਰ ਹਾਂ ਕਿ ਮੈਂ ਜੋ ਕੁਝ ਕੇਸ ਦਾੜੇ ਦੀ ਬੇਅਦਬੀ ਕਰ ਬੈਠਾ ਹਾਂ, ਸੋ ਮਜਬੂਰਨ ਕਰ ਬੈਠਾ ਹਾਂ। ਸੇਵਾ ਉਪਕਾਰ ਹਿੱਤ ਮੈਨੂੰ ਮੇਰੇ ਸਾਥੀਆਂ ਨੇ ਮਜਬੂਰ ਕੀਤਾ ਸੀ ਕਿ ਇਸ ਵੱਡ ਰੂਪੀ ਦਾ ਦੇਸ਼ ਪਲਟਿਆ ਜਾਵੇ ਅਤੇ
ਇਸ ਵੱਡ ਰੂਪੀ ਦਾ ਵੇਸ ਪਲਟਿਆ ਜਾਏ ਅਤੇ ਸੰਨਿਆਸੀ ਸਾਧੂ ਵਾਲਾ ਸਵਾਂਗ ਧਾਰਿਆ ਜਾਏ। ਸੋ ਮੈਂ ਇਸ ਕੁਸੰਗ ਦੇ ਅਧੀਨ, ਲਫ਼ਜ਼ ਇਸਤੇਮਾਲ ਕੀਤਾ ਜਾ ਰਿਹਾ ਕੁਸੰਗ, यानी कि जिन्हां साथियों का दावा किया जाता है सारे विद्वानों वालों, सारे कामरेडां वालों या होर लोगों वालों कि जी ये उहदे साथी सन, वो उत्थे लफ्ज़ इस्तेमाल कर रहा है उन्हां दी कुसंग करके, उन्हां दी कुसंग अधीन होके ये बेअदबी कर बैठा हाँ हुण जिवें आप दा हुक्म होवे। ये अधीनगी, प्यार, ये निर्मलता वेखो जरा ध्यान नाल। हुण मैं भगत सिंह दी ये अधीनगी अते शर्मसारी वेख के बड़ा ही खुश होया, ये भाई साहब कह रहे हैं हुण, ਅਤੇ ਉਸ ਦੀ ਸਾਫ਼-ਗੋਈ ਦੀ ਖੂਬੀ ਜਾਂਚ ਕੇ ਵੀ ਬੜਾ ਮੁਅੱਸਰ ਹੋਇਆ। ਤਦ ਵੀ ਮੈਂ ਹੇਠ ਲਿਖੀਆਂ ਗੱਲਾਂ ਉਸ ਨੂੰ ਕਹੇ ਬਾਝੋਂ ਨਾ ਰਹਿ ਸਕਿਆ। ਹੁਣ ਜਿਹੜੀ ਗੱਲ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਣੀ ਭਗਤ ਸਿੰਘ ਨੂੰ ਕਹਿਣ ਲੱਗੇ ਨੇ, ਜਰਾ ਉਹ ਲਫ਼ਜ਼ ਸੁਣਿਆ ਜੇ, ਉਹਨਾਂ ਦਾ ਸੰਬੋਧਨ ਕਰਨ ਦਾ ਤਰੀਕਾ ਵੇਖਿਆ ਜੇ। ਵੀਰ ਭਗਤ ਸਿੰਘ ਜੀ, ਆਪ ਦੇ ਪਿਆਰ ਤੋਂ ਮੈਂ ਬਲਿਹਾਰ ਹਾਂ ਅਤੇ ਆਪ ਦੀ ਦੇਸ਼ ਭਗਤੀ ਵਾਲੀ ਉਪਕਾਰ ਸਪਿਰਟ ਤੋਂ ਵੀ ਬਲ-ਬਲ ਜਾਂਦਾ ਹਾਂ। ਇਹ ਲਫ਼ਜ਼ ਛੋਟਾ ਨਹੀਂ ਕੋਈ, ਇਹ ਕੋਈ ਹਲਕੇ ਅੱਖਰ ਨਹੀਂ। ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਣਾ ਵਰਗੀ ਰੂਹ ਕਹਿ ਰਹੀ ਹੈ ਕਿ ਮੈਂ ਤੇਰੀ ਦੇਸ਼ ਭਗਤੀ ਦੀ ਜਿਹੜੀ ਉਪਕਾਰ ਦੀ ਜਿਹੜੀ ਸਪਿਰਟ ਹੈ ਨਾ, ਉਹ ਤੋਂ ਬਲ-ਬਲ ਜਾਣਾ। ਪਰ ਵੀਰ ਜੀ, ਉਪਕਾਰ ਕਮਾਉਣ ਲਈ ਤਾਂ ਸਾਡੇ ਸਲਾਹਕਾਰਾਂ ਨੇ ਤੁਹਾਨੂੰ ਅੱਛੀ ਸਲਾਹ ਨਹੀਂ ਦਿੱਤੀ। ਤੁਸੀਂ ਤਨਕ ਮਾਤਰ ਤੁਨਕਾ ਹੀ ਭਾਲਦੇ ਸੀ। ਬੜੀ ਛੇਤੀ ਉਹਨਾਂ ਦੀ ਇਸ ਕੁਡੰਗੀ ਸਲਾਹ ਦੇ ਅਧੀਨ ਹੋ ਗਏ ਵੀ ਤੁਸੀਂ ਸਿਰਫ ਇਸ਼ਾਰਾ ਹੀ ਚਾਹੁੰਦੇ ਸੀ। ਭਗਤ ਸਿੰਘ ਨੂੰ ਕਲੀਅਰ ਕਹਿਤਾ ਕਿ ਤੂੰ ਸਿਰਫ ਇਸ਼ਾਰਾ ਚਾਹੁੰਦਾ ਸੀ, ਤੈਨੂੰ ਮਾੜਾ ਜਿਹਾ ਤੇਰੇ ਕੁਸੰਗੀਆਂ ਨੇ ਇਸ਼ਾਰਾ ਕੀਤਾ ਤੇ ਤੂੰ ਸਿੱਖੀ ਤੋਂ ਡਾਵਾਂਡੋਲ ਹੋ ਗਿਆ। ਬੜੀ ਛੇਤੀ ਉਹਨਾਂ ਦੀ ਇਸ ਕੁਡੰਗੀ ਸਲਾਹ ਦੇ ਅਧੀਨ ਹੋ ਗਏ। ਇਹ ਜ਼ਮਾਨਾ ਜਿਸ ਸਮੇਂ ਕਿ ਤੁਸੀਂ ਉੱਠੇ ਹੋ ਬੜੀ ਜਾਗਰਤੀ ਦਾ ਹੈ, ਸਾਰਾ ਦੇਸ਼ ਹੀ ਜਾਗ ਰਿਹਾ ਹੈ ਇਸ ਵੇਲੇ, ਤਾਂ ਆਪ ਨਿਸੰਗ ਆਪਣੇ ਸਿੱਖੀ ਵੇਸ ਵਿੱਚ ਹੀ ਜੋ ਚਾਹੋ ਸੋ ਉਪਕਾਰ ਕਮਾ ਸਕਦੇ ਸੀ। ਆਪ ਨੂੰ ਪਤਾ ਹੀ ਹੈ ਕਿ ਸਾਡੇ ਜ਼ਮਾਨੇ ਵਿੱਚ 1914-15 ਵਾਲੇ ਸਮੇਂ ਸਾਰੇ ਹਿੰਦੁਸਤਾਨ ਵਿੱਚ ਵਿਰਲੀਆਂ ਵਾਂਝੀਆਂ ਰੂਹਾਂ ਹੀ ਜਾਗੀਆਂ ਸਨ। ਸੋ ਇਹ ਵਾਰਤਾਲਾਪ ਭਾਈ ਸਾਹਿਬ ਨਾਲ ਦੀ ਚਲਦੀ ਤੁਰੀ ਆਉਂਦੀ ਹੈ। ਹੁਣ ਅੱਗੇ ਨਾ ਇੱਕ ਬਹੁਤ ਸੋਹਣਾ ਉਹਨੂੰ ਉਦਾਹਰਣ ਦਿੰਦੇ ਨੇ, ਉਹ ਉਦਾਹਰਣ ਸਮਝਣ ਵਾਲਾ ਹੈ। ਉਹ ਕਹਿੰਦੇ ਨੇ ਭਾਈ ਨਿਧਾਨ ਸਿੰਘ ਜੀ ਚੁੱਗੇ ਵਾਲੇ ਇੱਕ ਬੜੇ ਉੱਘੇ ਦੇਸ਼ ਭਗਤ ਹਨ। ਇਹਨਾਂ ਦਾ ਜ਼ਿਕਰ ਜਿਹੜਾ ਉਹ ਭਾਈ ਸਾਹਿਬ ਨੇ ਅੱਗੇ ਡਿਟੇਲ ਇਹਦੇ ਦਿੱਤੀ, ਅਸੀਂ ਉੱਥੇ ਨਹੀਂ ਜਾਂਦੇ। ਬੜੇ ਉੱਘੇ ਦੇਸ਼ ਭਗਤ ਹਨ। ਇਹ ਬਾਹਰੋਂ ਟਾਪੂਆਂ ਵਿੱਚੋਂ ਸੈਂਕੜੇ ਹੀ ਰੂਹਾਂ ਨੂੰ ਦੇਸ਼ ਕੁਰਬਾਨੀ ਹਿੱਤ ਪ੍ਰੇਰ ਕੇ ਲਿਆਏ ਅਤੇ ਹਜ਼ਾਰਾਂ ਰੁਪਏ ਆਪਣੇ ਪੱਲਿਓਂ ਖਰਚ ਕੇ ਨਸ਼ਾਵਰ ਕਰ ਦਿੱਤੇ। ਫਿਰ ਕੋਈ ਗੁੱਝੇ ਛਿਪੇ ਨਹੀਂ ਆਏ, ਜਹਾਜ਼ਾਂ ਵਿੱਚ ਪ੍ਰਗਟ ਤੌਰ ਪਰ ਆਏ, ਪਰ ਹਿੰਦੁਸਤਾਨ ਵਿੱਚ ਆਉਂਦਿਆਂ ਹੀ ਉਹਨਾਂ ਨੂੰ ਫਾਹੁਣ ਦਾ ਜਾਲ ਵਿਛ ਗਿਆ। ਪਰ ਉਹ ਤੇ ਉਸ ਦੇ ਕਈ ਦਰਜਨ ਦੇਸ਼ ਭਗਤ ਸਾਥੀ ਸਹੀ ਸਲਾਮਤ ਹਿੰਦੁਸਤਾਨ ਵਿੱਚ ਪੁੱਜਣ ਵਿੱਚ ਕਾਮਯਾਬ ਹੋਏ। ਹੁਣ ਇਹਦੇ ਚ ਅੱਗੇ ਜਾ ਕੇ ਕੀ ਜ਼ਿਕਰ ਆਉਂਦਾ ਵੀ ਉਹ ਭਾਈ ਨਿਧਾਨ ਸਿੰਘ ਜੀ ਚੁੱਗੇ ਵਾਲੇ ਇੱਕ ਬੜੇ ਉੱਘੇ ਦੇਸ਼ ਭਗਤ ਹਨ। ਇਹ ਬਾਹਰੋਂ ਟਾਪੂਆਂ ਵਿੱਚੋਂ ਸੈਂਕੜੇ ਹੀ ਰੂਹਾਂ ਨੂੰ ਦੇਸ਼ ਕੁਰਬਾਨੀ ਹਿੱਤ ਪ੍ਰੇਰ ਕੇ ਲਿਆਏ ਅਤੇ ਹਜ਼ਾਰਾਂ ਰੁਪਏ ਆਪਣੇ ਪੱਲਿਓਂ ਖਰਚ ਕਰਕੇ ਨਸ਼ਾਵਰ ਕਰ ਦਿੱਤੇ। ਫਿਰ ਕੋਈ ਗੁੱਝੇ ਛਿਪੇ ਨਹੀਂ ਆਏ, ਜਹਾਜ਼ਾਂ ਵਿੱਚ ਪ੍ਰਗਟ ਤੌਰ ਪਰ ਆਏ, ਪਰ ਹਿੰਦੁਸਤਾਨ ਵਿੱਚ ਆਉਂਦਿਆਂ ਹੀ ਉਹਨਾਂ ਨੂੰ ਫਾਹੁਣ ਦਾ ਜਾਲ ਵਿਛ ਗਿਆ। ਪਰ ਉਹ ਤੇ ਉਸ ਦੇ ਕਈ ਦਰਜਨ ਦੇਸ਼ ਭਗਤ ਸਾਥੀ ਸਹੀ ਸਲਾਮਤ ਹਿੰਦੁਸਤਾਨ ਵਿੱਚ ਪੁੱਜਣ ਵਿੱਚ ਕਾਮਯਾਬ ਹੋਏ। ਪਕੜ ਜਕੜ ਤੋਂ ਉੱਕੇ ਹੀ ਅਛੋ ਰਹੇ, ਪੰਜਾਬ ਵਿੱਚ ਆ ਗੱਜੇ। ਜੋ ਜੋ ਕਾਰਨਾਮੇ ਇਹਨਾਂ ਨੇ ਪੰਜਾਬ ਆ ਕੇ ਕਰ ਦਿਖਾਏ, ਆਪ ਉਹਨਾਂ ਤੋਂ ਭਲੀ ਪ੍ਰਕਾਰ ਵਾਕਿਫ ਹੀ ਹੋ। ਇਹ ਭਾਈ ਸਾਹਿਬ ਜਿਹੜਾ ਹੈ ਉਹ ਭਗਤ ਸਿੰਘ ਨੂੰ ਕਹਿ ਰਹੇ ਨੇ ਕਿ ਆਪ ਉਸ ਤੋਂ ਭਲੀ ਪ੍ਰਕਾਰ ਵਾਕਿਫ ਹੀ ਹੋ। ਉਹਨਾਂ ਦੇ ਵਾਰੰਟ ਨਿਕਲੇ ਹੋਏ ਸਨ, ਹੁਲੀਏ ਛਪੇ ਹੋਏ ਸਨ, ਉਹਨਾਂ ਦੀ ਗ੍ਰਿਫਤਾਰੀ ਦੇ ਇਨਾਮ ਮੁਸ਼ਤਹਰ ਹੋ ਚੁੱਕੇ ਸਨ। ਸਾਰੇ ਜ਼ਮਾਨੇ ਦੀ ਹਵਾ ਉਹਨਾਂ ਦੇ ਉਲਟ ਸੀ। ਚਾਰ ਚੁਫੇਰੇ ਉਹਨਾਂ ਦੀ ਪਕੜ ਧਕੜ ਦੀ ਦੌੜ ਭੱਜ ਹੋ ਰਹੀ ਸੀ। ਉਸ ਦੌੜ ਭੱਜ ਵਿੱਚ ਉਹ ਨਿਰਪੈਰ ਨਿਤੜਕ ਫਿਰਦੇ ਰਹੇ। ਉਨੀ ਦਿਨੀ ਦੇਸ਼ ਉਪਕਾਰ ਦੀ ਘਾਲਣਾ ਦਾ ਦਾਰੋਮਦਾਰ ਦੇਸ਼ ਭਗਤ ਤਬਕੇ ਵਿੱਚ ਬਹੁਤ ਸਾਰਾ ਭਾਈ ਨਿਧਾਨ ਸਿੰਘ ਜੀ ਦੀ ਹਸਤੀ ਉੱਪਰ ਹੀ ਮੁਨਹਸਰ ਸੀ। ਨਿਰਭੈਤਾ ਵਿੱਚ ਤਾਂ ਵੀਰ ਕਰਤਾਰ ਸਿੰਘ ਸਰਾਭਾ ਵੀ ਆਪਣੀ ਮਿਸਾਲ ਆਪ ਹੀ ਸੀ। ਇਹ ਭਾਈ ਕਰਤਾਰ ਸਿੰਘ ਸਰਾਭੇ ਦੀ ਤਾਰੀਫ ਜਿਹੜੀ ਉਹ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਣੀ ਕਰਦੇ ਨੇ ਪਏ। ਕਹਿੰਦੇ ਨੇ ਉਸ ਦੇ ਦਿਲ ਵਿੱਚ ਇੱਕ ਦਿਨ ਇਹ ਖਿਆਲ ਆਇਆ ਅਤੇ ਕੁਸੰਗ ਦੇ ਅਸਰ ਕਰਕੇ ਆਇਆ ਕਿ ਕਿਤੇ ਭਾਈ ਨਿਧਾਨ ਸਿੰਘ ਅਜਾਈ ਫੜੇ ਹੀ ਨਾ ਜਾਣ। ਉਹਨਾਂ ਤੋਂ ਦੇਸ਼ ਭਗਤਾਂ ਨੇ ਕੰਮ ਬਹੁਤ ਲੈਣਾ ਹੈ, ਸੋ ਉਹਨਾਂ ਨੂੰ ਚਿਰੰਕਾਲ ਕਾਮਯਾਬ ਰੱਖਣ ਲਈ ਰਾਜਨੀਤੀ ਭਾਸਨੀ ਕਮਜ਼ੋਰੀ ਦੇ ਪ੍ਰਾਣ ਹੋ ਕੇ ਵੀਰ ਕਰਤਾਰ ਸਿੰਘ ਨੇ ਭਾਈ ਨਿਧਾਨ ਸਿੰਘ ਨੂੰ ਇਹ ਸਲਾਹ ਦਿੱਤੀ ਕਿ ਆਪ ਆਪਣੇ ਦਾੜੇ ਨੂੰ ਵਸਮਾ ਲਗਾ ਲਓ ਤਾਂ ਕਿ ਹੁਲੀਏ ਦੇ ਨਿਸ਼ਾਨ ਗਲਤ ਹੋ ਜਾਣ ਅਤੇ ਕੋਈ ਪਛਾਣ ਨਾ ਸਕੇ। ਭਾਈ ਨਿਧਾਨ ਸਿੰਘ ਨੂੰ ਸਲਾਹ ਕਰਤਾਰ ਸਿੰਘ ਸਰਾਭੇ ਵੱਲੋਂ ਦਿੱਤੀ ਜਾਂਦੀ ਕਿ ਆਪਣੀ ਜਿਹੜੀ ਦਾੜੀ ਏ ਉਹ ਕਾਲੀ ਕਰ ਲਓ, ਡਾਈ ਕਰ ਲਓ। ਠੀਕ ਹੈ ਨਾ। ਹੁਣ ਇਹ ਗੱਲ ਭਾਈ ਸਾਹਿਬ
ਭਗਤ ਸਿੰਘ ਨੂੰ ਸੁਣਾ ਰਹੇ ਨੇ ਵਾਰਤਾ ਪੁਰਾਣੀ। ਭਾਈ ਨਿਧਾਨ ਸਿੰਘ ਨੇ ਬੜੀ ਵੀਰਤਾ ਨਾਲ ਉੱਤਰ ਦਿੱਤਾ ਕਿ ਮੈਂ ਮੂੰਹ ਕਾਲਾ ਕਰਕੇ ਚਮਕਦੇ ਹੀਰਿਆਂ ਉੱਤੇ ਗੋਹੇ ਦਾ ਪਰੋਲਾ ਫੇਰ ਕੇ ਆਪਣੀ ਵੀਰਤਾ ਨੂੰ ਕਲੰਕਿਤ ਨਹੀਂ ਕਰਨਾ ਚਾਹੁੰਦਾ। ਇੱਥੇ ਰੁਕ ਕੇ ਨਾ ਨਾਲ ਮੈਂ ਇੱਕ ਇੱਥੇ ਟਿੱਪਣੀ ਜ਼ਰੂਰ ਕਰਨੀ ਚਾਹਾਂਗਾ, ਸਾਡੇ ਉਹਨਾਂ ਅਖੌਤੀ ਧਾਰਮਿਕ ਆਗੂਆਂ ਨੂੰ ਵੀ ਜਿਹੜੇ ਕਮੇਟੀਆਂ ਵਿੱਚ ਜਾਂ ਸੰਸਥਾਵਾਂ ਵਿੱਚ ਚੌਧਰੀ ਬੰਨਾ ਦੇ ਭਾਲਦੇ ਨੇ, ਪਰ ਉਹਨਾਂ ਨੂੰ ਆਪਣੀ ਦਾੜੀ ਕਾਲੀ ਕਰਨ ਤੋਂ ਗੁਰੇਜ਼ ਜਾਂ ਸ਼ਰਮ ਅਜੇ ਵੀ ਨਹੀਂ ਆਉਂਦੀ। ਸੋ ਇਹ ਇੱਕ ਚਪੇੜ ਜਿਹੜੀ ਇੱਥੇ ਵੱਜਦੀ ਏ, ਇਹ ਸਾਨੂੰ ਸਮਝਣ ਵਾਲੀ ਚੀਜ਼ ਏ, ਠੀਕ ਹੈ ਨਾ। ਕਹਿੰਦੇ ਮੇਥੋਂ ਜੋ ਕੁਝ ਕੰਮ ਲੈਣਾ ਹੈ ਇਸੇ ਵੇਸ ਵਿੱਚ ਲਵੋ ਅਤੇ ਮੇਰੇ ਅੰਦਰ ਕਾਇਰਤਾ ਮਤ ਪੈਦਾ ਕਰੋ। ਉਹਨਾਂ ਨੂੰ ਬਹੁਤ ਗਿਰਾਉਣਾ ਚਾਹਿਆ ਪਰ ਉਹ ਆਪਣੇ ਨਿਸ਼ਚੇ ਵਿੱਚ ਅਚਲ ਤੇ ਅਟਲ ਰਹੇ। ਇਸ ਸੱਜਣ ਨੇ 30-30 40-40 ਕੋਹ ਦਾ ਪੰਧ ਇਕੱਸੇ ਦਿਹਾੜੀ 'ਚ ਕੀਤਾ ਤੇ ਪੁਲਿਸ ਦੇ ਪਹਿਰਿਆਂ ਦੇ ਕੋਲ ਦੀ ਨਿਤੜਕ ਹੋ ਕੇ ਲੰਘ ਜਾਂਦਾ ਰਿਹਾ ਤੇ ਕੰਮ ਇਤਨੇ ਭਾਰੀ ਵਿਸ਼ੇਸ਼ਤਾ ਵਾਲੇ ਕੀਤੇ ਜਿਸ ਦੇ ਮੁਕਾਬਲੇ ਤੁਹਾਡਾ ਚਿਤਵਿਆ ਕੰਮ ਪਾਸੰਗ ਮਾਤਰ ਸੀ। ਇਹ ਭਗਤ ਸਿੰਘ ਨੂੰ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਰੀ ਇਹ ਵੀ ਨਾਲ ਚਿਤਾ ਰਹੇ ਨੇ ਵੀ ਤੇਰਾ ਕੰਮ ਕੁਛ ਵੀ ਨਹੀਂ। ਸੋ ਆ ਜੋ ਇੱਕ ਵੱਡਾ ਯੋਧਾ ਬਣਾ ਕੇ ਜਾਂ ਬਹੁਤ ਉਹਨੂੰ ਉੱਚਾ ਚੁੱਕ ਕੇ ਇਸ ਮੀਡੀਆ ਦੇ ਰਾਹੀਂ ਇਹ ਪ੍ਰੋਪੇਗੰਡੇ ਦੇ ਰਾਹੀਂ ਲੈ ਕੇ ਆਂਦਾ, ਉਹਦਾ ਇੱਥੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਣਾ ਨੇ ਵੀ ਪਾਜੂ ਗੇੜ ਕੇ ਪਾਸੇ ਰੱਖਤਾ ਵੀ ਤੇਰੇ ਕੰਮ ਜਿਹੜੇ ਨੇ ਨਾ ਉਹ ਉਹਨਾਂ ਸੂਰਬੀਰ ਯੋਧਿਆਂ ਦੇ ਮੁਕਾਬਲੇ ਕੱਖ ਵੀ ਨਹੀਂ। ਪਰ ਉਹਨਾਂ ਨੇ ਚਿੱਟੇ ਦਾੜੇ ਨੂੰ ਕਾਲਾ ਕਰਨਾ ਵੀ ਮਨਜ਼ੂਰ ਨਹੀਂ ਕੀਤਾ ਸੀ। ਤੁਸਾਂ ਦਾੜਾ ਤੇ ਕੇਸ ਵੀ ਕਤਲ ਕਰਾ ਦਿੱਤੇ। ਭਗਤ ਸਿੰਘ ਅੱਗੋਂ ਕੀ ਕਹਿੰਦਾ, ਦਰਅਸਲ ਸਾਂਡਰਸ ਦਾ ਕਤਲ ਮੈਂ ਨਹੀਂ, ਮੇਰੇ ਪਰ ਇਲਜ਼ਾਮ ਲੱਗ ਗਿਆ। ਮੈਂ ਜਾਤਾ ਕਿ ਮੌਕੇ ਨੂੰ ਹੱਥੋਂ ਕਿਉਂ ਗਵਾਵਾਂ ਤੇ ਸਾਰਾ ਇਲਜ਼ਾਮ ਆਪਣੇ ਉੱਪਰ ਲੈ ਲਿਆ। ਲਾਭ ਇਹ ਹੋਇਆ ਕਿ ਕ੍ਰੈਡਿਟ ਸਾਰਾ ਮੈਨੂੰ ਮਿਲ ਗਿਆ, ਉਂਝ ਵੀ ਮੈਨੂੰ ਬਚਣ ਦੀ ਕੋਈ ਆਸ ਨਹੀਂ ਸੀ। ਹੁਣ ਆ ਇੱਕ ਵੇਖੋ, ਅਖਬਾਰਾਂ, ਫਿਲਮਾਂ, ਬਾਕੀ ਸਾਰਾ ਮੀਡੀਆ ਇੰਨੇ ਸਾਲਾਂ ਤੋਂ ਇੱਕ ਪ੍ਰਚਾਰ ਕਰਦਾ ਹੈ ਕਿ ਸਾਂਡਰਸ ਨੂੰ ਗੋਲੀ ਭਗਤ ਸਿੰਘ ਨੇ ਮਾਰੀ ਸੀ, ਜਦ ਕਿ ਭਗਤ ਸਿੰਘ ਭਾਈ ਸਾਹਿਬ ਭਾਈ ਰਣਧੀਰ ਸਿੰਘ ਉਹਨਾਂ ਦੇ ਸਾਹਮਣੇ ਖੜਾ ਹੋ ਕੇ ਕਬੂਲ ਕਰ ਰਿਹਾ ਹੈ ਕਿ ਸਾਂਡਰਸ ਨੂੰ ਗੋਲੀ ਮੈਂ ਨਹੀਂ ਮਾਰੀ ਸੀ, ਮੇਰਾ ਤੇ ਨਾਂ ਲੱਗ ਗਿਆ ਤੇ ਮੈਂ ਕਿਹਾ ਚਲੋ ਕ੍ਰੈਡਿਟ ਮਿਲਦਾ ਪਿਆ ਤੇ ਲੈ ਲਓ। ਹੁਣ ਇੱਥੋਂ ਸੋਚੋ ਕਿ ਉਹਦੀ ਆਤਮਿਕ ਬਿਰਤੀ, ਉਹਦੀ ਸੁਰਤੀ, ਉਹ ਸਾਰੀਆਂ ਚੀਜ਼ਾਂ ਕਿੱਥੇ ਖੜੀਆਂ ਸਨ ਕਿ ਇਹ ਕ੍ਰੈਡਿਟ ਲੈਣ ਮਾਰਾ ਕੀ ਗੱਲ ਕਰਦਾ ਪਿਆ। ਅੱਗੋਂ ਭਾਈ ਸਾਹਿਬ ਨੂੰ ਕਹਿੰਦੇ ਨੇ, ਫੋਕੇ ਕ੍ਰੈਡਿਟ ਮਿਲਣ ਦੀ ਫੋਕੀ ਖੁਸ਼ੀ ਦਾ ਹਾਸਲ ਕਰਨਾ ਸੱਚੇ ਦੇਸ਼ ਭਗਤਾਂ ਦਾ ਆਦਰਸ਼ ਨਹੀਂ ਹੋਣਾ ਚਾਹੀਦਾ। ਦੁਨੀਆ ਦੀ 4 ਦਿਨ ਦੀ ਵਾਹ ਦੀ ਖੁਮਾਰੀ ਵਿੱਚ ਆਪ ਨੂੰ ਆਪਣੇ ਸੱਚੇ ਆਦਰਸ਼ ਤੋਂ ਗਿਰਨ ਦਾ ਅਹਿਸਾਸ ਵੀ ਨਾ ਰਿਹਾ ਤੇ ਨਾ ਹੀ ਆਪਣੇ ਅਸਲੀ ਨਿਸ਼ਾਨੇ ਤੋਂ ਖੁੰਝਣ ਦਾ ਪਛਤਾਵਾ ਹੀ ਲੱਗਾ। ਇੱਕ ਅਖਬਾਰੀ ਵਡਿਆਈ ਦਾ ਛੁਣਛੁਣਾ ਹੀ ਪੱਲੇ ਰਹਿ ਗਿਆ। ਗੁਰੂ ਦੀ ਮੋਹਰ ਸਾਬਤ ਸੂਰਤ ਐਵੇਂ ਭੰਗ ਦੇ ਪਹਾੜੇ ਹੀ ਝੂਠੇ ਵਫਨ ਵਫਾਓ ਦੇ ਲਾਲਚ ਵਿੱਚ ਗਵਾ ਲਈ। ਭਲਾ ਜੇ ਗਲਤੀ ਹੋ ਗਈ ਸੀ ਤਾਂ ਉਸ ਦੀ ਤਲਾਫੀ ਤਾਂ ਹੋਣੀ ਚਾਹੀਦੀ ਸੀ, ਫਿਰ ਮੁੜ ਕੇਸ ਰੱਖ ਲੈਣੇ ਸਨ, ਮੁੜ ਕੇ ਕਿਉਂ ਨਾ ਰੱਖੇ। ਹੁਣ ਇੱਥੇ ਵੇਖੋ ਸਾਡੇ ਕਿਉਂਕਿ ਜਦੋਂ ਕੋਈ ਚੀਜ਼ ਆਵੇ ਸਾਨੂੰ ਤੋਂ ਸਿੱਖਣਾ ਚਾਹੀਦਾ। ਸਾਡੀਆਂ ਵੀ ਤੇ ਇਹ ਆਦਤਾਂ ਨੇ ਨਾ, ਕ੍ਰੈਡਿਟ ਲੈਣ ਵਾਸਤੇ ਅਸੀਂ ਕੀ ਕੁਝ ਕਰਨੇ ਆ, ਅਖਬਾਰਾਂ ਦੇ ਬਿਆਨ, ਮੀਡੀਆ ਦੇ ਵਿੱਚ ਆਉਣਾ, ਭਾਵੇਂ ਅਸੀਂ ਉਸ ਦੇ ਲਾਇਕ ਹੋਈਏ ਨਾ ਹੋਈਏ, ਠੀਕ ਹੈ ਨਾ, ਤੇ ਸਾਰੇ ਡਰਾਮੇ ਚੱਲਦੇ ਨੇ ਸਾਡੇ ਆਲੇ ਦੁਆਲੇ, ਜੇ ਵੀ ਚੱਲਦੇ ਨੇ। ਸੋ ਇੱਥੇ ਸੇਧ ਵੀ ਲੈਣੀ ਅਸੀਂ, ਪਰ ਨਾਲ ਦੇ ਨਾਲ ਅਗਲੀ ਗੱਲ ਵੇਖੋ ਭਗਤ ਸਿੰਘ ਕੀ ਜਵਾਬ ਦਿੰਦਾ ਹੈ। ਇਹ ਗੱਲ ਬਹੁਤ ਖਾਸ ਮਹੱਤਵ ਵਾਲੀ ਹੈ ਤੇ ਅੱਜ ਦੇ ਸੰਦਰਭ 'ਚ ਵੀ ਸਮਝਣ ਵਾਲੀ ਹੈ ਤੇ ਇਹਨੂੰ ਇਹ ਵੇਖਣਾ ਹੈ ਵੀ ਉਦੋਂ ਕੀ ਹਾਲਾਤ ਸਨ। ਕਹਿੰਦਾ ਕੇਸ ਤਾਂ ਮੈਂ ਰੱਖ ਲੈਂਦਾ ਪਰ ਐਸਾ ਕਰਨ ਵਿੱਚ ਮੈਨੂੰ ਆਪਣੇ ਸਾਥੀ ਦੱਤ, ਅੱਗੇ ਬ੍ਰੈਕਟ 'ਚ ਭਾਈ ਸਾਹਿਬ ਨੇ ਕਲੀਅਰ ਕੀਤਾ, ਬਟੁਕੇਸ਼ਵਰ ਦੱਤ ਦੀ ਹਮਦਰਦੀ ਤੇ ਸਾਥੀ ਪੁਣੇ ਵਾਲੀ ਆਪਣਤ ਪ੍ਰਾਪਤ ਨਾ ਹੁੰਦੀ। ਦੂਜੀ, ਮੈਨੂੰ ਐਡੀ ਸ਼ੋਹਰਤ ਹਾਸਲ ਨਾ ਹੁੰਦੀ ਜਿੱਡੀ ਕਿ ਅੱਜ ਅਖਬਾਰੀ ਦੁਨੀਆ ਵਿੱਚ ਹੋ ਰਹੀ ਹੈ। ਮੈਂ ਸੱਚ ਕਹਿੰਦਾ ਹਾਂ ਕਿ ਮੇਰੀ ਕੁਰਬਾਨੀ 1914-15 ਵਾਲੇ ਦੇਸ਼ ਭਗਤਾਂ ਦੀ ਕੁਰਬਾਨੀ ਦੇ ਮੁਕਾਬਲੇ ਐਵੇਂ ਤੁੱਛ ਮਾਤਰ ਹੈ। ਹੁਣ ਸਮਝੋ ਇੱਥੇ ਜਿਹੜੀ ਗੱਲ ਇਹਦੇ ਵਿੱਚ ਆਈ ਹੈ ਨਿਕਲ ਕੇ ਕਿ ਜੇ ਮੈਂ ਕੇਸ ਰੱਖ ਲੈਂਦਾ ਤੇ ਜਿਹੜੇ ਰਾਸ਼ਟਰਵਾਦੀ ਦੇਸ਼ ਭਗਤ ਦੇ ਝੰਡੇ ਚੱਕੇ ਫਿਰਦੇ ਨੇ ਲੋਕ, ਉਹ ਵੀ ਆਪਣੀ ਅੱਖਾਂ ਤੋਂ ਪੱਟੀ ਖੋਲ ਲਿਓ। ਉਹ ਸਾਰੇ ਦੇਸ਼ ਭਗਤਾਂ ਦੀ ਸੋਚ, ਉਹਨਾਂ ਦੀ ਵਿਚਾਰਧਾਰਾ ਨੂੰ ਵੀ ਇੱਥੇ ਸਮਝ ਲਿਓ ਕਿ ਉਹ ਤੁਹਾਡੇ ਸਿੱਖੀ ਸਰੂਪ ਨੂੰ ਉਦੋਂ ਵੀ ਬਰਦਾਸ਼ਤ ਨਹੀਂ ਸਨ ਕਰਦੇ ਜਦੋਂ ਤੁਸੀਂ ਉਹਨਾਂ ਦੇ ਅਖੌਤੀ ਇੱਕ ਦੇਸ਼ ਦੀ ਆਜ਼ਾਦੀ ਵਾਸਤੇ ਮਰਦੇ ਸੋ ਪਏ, ਜਦੋਂ ਤੁਸੀਂ ਫਾਂਸੀਆਂ ਦੇ ਰੱਸੇ ਚੁੰਮਦੇ ਸੋ ਨਾ ਪਏ, ਤੁਹਾਡਾ ਅਸਿੱਖੀ ਸਰੂਪ ਇਹਨਾਂ ਨੂੰ ਉਦੋਂ ਵੀ ਬਰਦਾਸ਼ਤ ਨਹੀਂ ਸੀ। ਅੱਗੇ ਕੀ ਕਹਿੰਦੇ ਨੇ ਪਰ ਇੰਨੀਆਂ ਕੁਰਬਾਨੀਆਂ, ਹੁਣ ਜਦੋਂ ਗਦਰੀ ਬਾਬਿਆਂ ਦੀ ਗਾਲੀਆਂ ਉਹਨਾਂ ਨੇ ਗੱਲ ਕਰ ਦਿੱਤੀ 1914-15 ਵਾਲੇ ਦੇਸ਼ ਭਗਤਾਂ ਦੇ ਸਾਹਮਣੇ, ਮੇਰੀ ਕੁਰਬਾਨੀ ਕੁਛ ਵੀ ਨਹੀਂ। ਕਹਿੰਦੇ ਨੇ ਪਰ ਇੰਨੀਆਂ ਕੁਰਬਾਨੀਆਂ ਕਰਨ ਪਰ ਵੀ ਇਹਨਾਂ 1914-15 ਵਾਲਿਆਂ ਨੂੰ ਉਸ ਵਕਤ ਦੀ ਅਖਬਾਰੀ ਦੁਨੀਆ ਵਿੱਚ ਐਡਾ ਮਾਣ ਨਾ ਮਿਲਿਆ
क्योंकि सिख अखबारां दी अव्वल तां ये शायद ही कुछ नहीं, जे है तां वो उस समय आप सज्जणा दी कुर्बानी बारे पब्लिक विच कुछ रोशनी ना पा सके, क्योंकि उन्हां दी डरू पॉलिसी उन्हां नूं दबकाई रखदी सी। ਇਹ ਅਨਮਤੀ ਅਖਬਾਰਾਂ ਦੀ ਬਦੌਲਤ ਹੀ ਮੇਰੇ ਨਾਮ ਨੂੰ ਇੰਨੀ ਸ਼ੋਹਰਤ ਮਿਲੀ ਹੈ। ਮੈਂ ਸੱਚ ਕਹਿੰਦਾ ਹਾਂ ਕਿ ਜੇ ਮੈਂ ਸਿੱਖ ਸਮਝਿਆ ਜਾਂਦਾ ਤੇ ਮੇਰੇ ਸਿਰ ਮੂੰਹ ਉੱਤੇ ਕੇਸ ਦਾੜੇ ਵਾਲੀ ਸਿੱਖ ਹੋਣ ਦੀ ਨਿਸ਼ਾਨੀ ਹੁੰਦੀ ਤਾਂ ਇਹ ਅਨਮਤੀ ਅਖਬਾਰਾਂ ਮੇਰੀ ਸ਼ੋਭਾ ਵਡਿਆਈ ਵਿੱਚ ਇੱਕ ਲਫ਼ਜ਼ ਵੀ ਨਾ ਲਿਖਦੇ। ਇਹ ਦੇਖੋ ਕਿੱਡੀ ਵੱਡੀ ਚਪੇੜ, ਜਿਹੜੇ ਅੱਜ ਸਾਨੂੰ ਮੱਤਾਂ ਦਿੰਦੇ ਨੇ, ਜਿਹੜੇ ਅੱਜ ਐਡੀ ਐਡੀਆਂ ਪੋਸਟਾਂ ਪਾ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਜਾਂ ਹੋਰ ਲੋਕਾਂ ਨੂੰ ਇਹ ਕਹਿੰਦੇ ਨੇ ਕਿ ਤੁਸੀਂ ਇੱਕ ਰਾਸ਼ਟਰਵਾਦੀ ਇੱਕ ਦੇਸ਼ ਭਗਤ ਦੇ ਖਿਲਾਫ ਬੋਲਦੇ ਹੋ, ਤੁਸੀਂ ਉਹਨੂੰ ਫਲਾਣਾ ਕਹਿੰਦੇ ਹੋ। ਉਹ ਦੇਸ਼ ਭਗਤ ਕੀ ਕਹਿ ਰਿਹਾ? ਤੁਹਾਡੇ ਰਾਸ਼ਟਰਵਾਦੀਆਂ ਦੇ ਮੂੰਹ ਤੇ ਇੱਕ ਚਪੇੜ ਮਾਰਦਾ। ਉਹ ਲਾਹਨਤ ਪਾਉਂਦਾ ਪਿਆ ਤੁਹਾਡੀਆਂ ਅਖਬਾਰਾਂ ਤੇ ਤੁਹਾਡੀ ਸੋਚ ਦੇ ਉੱਤੇ ਕਿ ਜੇ ਮੈਂ ਸਿੱਖ ਹੁੰਦਾ ਤੇ ਮੈਨੂੰ ਇੰਨੀ ਵਡਿਆਈ ਨਹੀਂ ਸੀ ਮਿਲਣੀ। ਕਿਉਂ? ਕਿਉਂਕਿ ਅੱਜ ਜਿਹੜੀ ਸਾਡੇ ਸਾਹਮਣੇ ਸ਼ਹੀਦਾਂ ਦੀ ਗੱਲ ਚੱਲਦੀ ਹੈ, ਕੁਰਬਾਨੀਆਂ ਵਾਲੇ ਯੋਧਿਆਂ ਦੀ ਗੱਲ ਚੱਲਦੀ ਹੈ, ਉਹਨਾਂ ਨੂੰ ਕੋਈ ਥਾਂ ਨਹੀਂ ਸੀ ਉਹਨਾਂ ਨੇ ਦਿੱਤੀ ਆਪਣੀਆਂ ਅਖਬਾਰਾਂ ਦੇ ਵਿੱਚ, क्योंकि वो सिख सन। जैसा कि आप साहिबान की बाबत इन्ना कुछ नहीं लिखिया, क्लीयर लिखता है। सिख अखबारां विचों भी उस वक्त माड़ा मोटा जो कुछ लिखिया सो उर्दू ते खालसा अखबार लाहौर ने ही लिखिया, वो भी महदूद शक्ल विच। मैनू ये पता सी कि हिंदू अखबार सिख देश भगतां दी वडियाई लिखणों खुणस खांदे हन ते इन्हां नूं उन्हां दी वडियाई भाउंदी नहीं। कौन कह रहा जी? भगत सिंह, ਜਿਹਨੂੰ ਇਹ ਆਪਣਾ ਬਾਪੂ ਕਹੀ ਫਿਰਦੇ ਨੇ, ਜਿਹਨੂੰ ਇਹ ਕਹਿੰਦੇ ਨੇ ਜੀ ਸਾਡਾ ਰਾਸ਼ਟਰਵਾਦੀ ਸਭ ਤੋਂ ਵੱਡਾ ਸ਼ਹੀਦ, ਸ਼ਹੀਦੇ ਆਜ਼ਮ ਫਲਾਣਾ। ਉਹ ਭਗਤ ਸਿੰਘ ਤੁਹਾਡੇ ਬਾਰੇ ਉਦੋਂ ਇਹ ਗੱਲ ਲਿਖਦਾ ਭਾਈ ਸਾਹਿਬ ਦੇ ਅੱਗੇ ਕਿ ਇਹਨਾਂ ਅਖਬਾਰਾਂ ਨੂੰ ਸਿੱਖਾਂ ਦੀ ਵਡਿਆਈ ਨਹੀਂ ਪਾਉਂਦੀ। ਜੇ ਮੈਂ ਵੀ ਕੇਸ ਮੁੜ ਰੱਖ ਲੈਂਦਾ ਤਾਂ ਮੈਨੂੰ ਵਡਿਆਉਣਾ ਕਿੰਨ ਸੀ? ਛਟਿਆਉਂਦੇ ਹੀ। ਇਸ ਕਰਕੇ ਮੈਂ ਕੇਸ ਮੁੜ ਰੱਖਣੋਂ ਹੋਰ ਘੇਸਲ ਵੱਟ ਛੱਡੀ। ਫਿਰ ਅੱਗੋਂ ਭਾਈ ਸਾਹਿਬ ਉਹਨੂੰ ਕਹਿੰਦੇ ਨੇ, ਪਿਆਰੇ ਭਗਤ ਸਿੰਘ ਜੀ, ਆਪ ਦੀ ਦੇਸ਼ ਭਗਤੀ ਦਾ ਆਦਰਸ਼ ਪਿਆਰ ਬੜਾ ਹੀ ਨੀਵਾਂ ਤੇ ਹੋਛਾ ਹੈ। ਕਲੀਅਰ ਗੱਲ ਦੇ ਪੁਆਇੰਟ ਨੂੰ ਸਮਝਣਾ ਸੀ ਇੱਥੇ। ਭਾਈ ਸਾਹਿਬ ਬੁਲਾ ਪਿਆਰ ਨਾਲ ਰਹੇ ਨੇ, ਪਿਆਰੇ ਭਗਤ ਸਿੰਘ ਜੀ, ਤੇ ਅੱਗੋਂ ਕਹਿ ਰਹੇ ਨੇ ਵੀ ਤੇਰੀ ਦੇਸ਼ ਭਗਤੀ ਦਾ ਜਿਹੜਾ ਆਦਰਸ਼ ਹੈ ਨਾ ਉਹ ਬੜਾ ਹੀ ਨੀਵਾਂ ਤੇ ਹੋਛਾ ਹੈ। ਸ਼ੋਹਰਤ ਵਡਿਆਈ ਦੀ ਖਾਤਰ ਦੇਸ਼ ਭਗਤੀ ਦੀਆਂ ਉਪਕਾਰ ਕਮਾਈਆਂ ਦੇ ਅਡੰਬਰ ਰਚਨੇ ਬਿਰਥੇ ਤੇ ਐਵੇਂ ਤਿਫਲ ਛਛੋਰੀ ਬਾਦ ਵਫਾਦੀਆਂ ਹਨ। 1914-15 ਵਾਲੇ ਦੇਸ਼ ਭਗਤਾਂ ਜੋ ਕੁਝ ਕੀਤਾ ਕਮਾਇਆ ਕੇਵਲ ਦੇਸ਼ ਸੇਵਾ ਨੂੰ ਮੁੱਖ ਰੱਖ ਕੇ ਕੀਤਾ ਤੇ ਨਿਸ਼ਕਾਮ ਦੇਸ਼ ਭਗਤੀ ਕਮਾਈ। ਸ਼ੋਹਰਤ ਵਡਿਆਈ ਦਾ ਸੁਪਨ ਸਾਰਖਾ ਵੀ ਖਿਆਲ ਗੁਮਾਨ ਉਹਨਾਂ ਦੇ ਨੇੜੇ ਨਹੀਂ ਆਇਆ। ਸ਼ੋਹਰਤ ਦਾ ਪਿਆਰ ਦੇਸ਼ ਭਗਤਾਂ ਦੀ ਦੇਸ਼ ਭਗਤੀ ਨੂੰ ਕਲੰਕਿਤ ਕਰਨ ਵਾਲਾ ਹੈ। ਕੁਸੰਗ ਦੇ ਫੇਰ ਵਿੱਚ ਆਪ ਨੂੰ ਹੋਛੇ ਖਿਆਲ ਮਾਨ ਵਡਿਆਈਆਂ ਦੇ ਚਿੰਬੜੇ ਰਹੇ। ਅਖਬਾਰੀ ਮਾਨ ਵਡਿਆਈਆਂ ਤੇ ਸ਼ੋਹਰਤਾਂ ਸਭ ਵਾਧੂ ਹੀ ਹਨ ਤੇ ਇਹਨਾਂ ਦੇ ਸੋਹਲੇ ਤੇ ਇਹਨਾਂ ਸੋਹਲਿਆਂ ਦੇ ਸੁਣਨ ਦੇ ਚਾਹਵਾਨ, ਪਰ ਇਹ ਗੁਰਵਾਕ ਘਟਦਾ ਹੈ। ਕੁਲਹਾਂ ਦੇਂਦੇ ਬਾਵਲੇ ਲੈਂਦੇ ਵੱਡੇ ਨਲੱਜ, ਚੂਹਾ ਖੱਡ ਨਾ ਮਾਵਈ ਤਿੱਕਲ ਬੰਨੈ ਛੱਜ। ਇਹ ਭਾਈ ਸਾਹਿਬ ਨੇ ਉਹਨੂੰ ਗੁਰਬਾਣੀ ਦੀ ਉੱਥੇ ਤੁਕ ਜਿਹੜੀ ਸੀ ਉਹਦੇ ਆਧਾਰ ਨਾਲ ਸਮਝਾਇਆ। ਹੁਣ ਇਹ ਸਾਰੀਆਂ ਗੱਲਾਂ ਕਰਦਿਆਂ ਜਦੋਂ ਬਹੁਤ ਕੁਝ ਸੁਣਦਾ ਸਮਝਦਾ ਤੇ ਅੱਗੇ ਜਾ ਕੇ ਕਹਿੰਦਾ ਇਹ ਗੱਲਾਂ ਸੁਣ ਕੇ ਭਗਤ ਸਿੰਘ ਬੜਾ ਹੀ ਮੁਤਾਸਰ ਹੋਇਆ ਤੇ ਕਹਿ ਉਠਿਆ ਕਿ ਸੱਚਮੁੱਚ ਗੁਰੂ ਘਰ ਦਾ ਤੇ ਗੁਰੂ ਕੇ ਸਿੱਖਾਂ ਦਾ ਆਦਰਸ਼ ਬੜਾ ਉੱਚਾ ਹੈ। ਆਮ ਦੁਨੀਆ ਫੋਕੀਆਂ ਵਡਿਆਈਆਂ ਦੇ ਵਹਿਣ ਵਿੱਚ ਹੀ ਰੁੜੀ ਪਈ ਹੈ। ਮੈਨੂੰ ਕੋਈ ਦੁਨੀ ਵਜਾਈ ਵਜਦੀ ਦੇ ਨਾਲ ਹੀ ਇਸ ਤਾੜੇ ਵੱਜਣਾ ਪੈ ਗਿਆ, ਪਰ ਅੱਜ ਪ੍ਰਤੀਤ ਹੋਇਆ ਕਿ ਇਹ ਸਭ ਹੈਂਕੜਬਾਜ਼ੀਆਂ ਤੇ ਨੁਮਾਇਸ਼ੀ ਮੁਜ਼ਾਹਰੇ ਹੀ ਹਨ। ਮੇਰੀ ਬੜੀ ਹੀ ਖੁਸ਼ਕਿਸਮਤੀ ਹੁੰਦੀ। ਹੁਣ ਸੁਣੋ ਕੀ ਕਹਿਣ ਲੱਗਾ ਉਹ। ਕਹਿੰਦਾ ਮੇਰੀ ਬੜੀ ਹੀ ਖੁਸ਼ਕਿਸਮਤੀ ਹੁੰਦੀ ਜੇਕਰ ਆਪ ਜੈਸੇ ਸੱਜਣਾ ਦੀ ਸੰਗਤ 2-4 ਮਹੀਨੇ ਰਹਿੰਦੀ। ਜੇ 2-4 ਮਹੀਨੇ ਹੀ ਮੈਨੂੰ ਆਪ ਦੀ ਸੰਗਤ ਵਿੱਚ ਰਹਿਣ ਦਾ ਮੌਕਾ ਮਿਲਦਾ ਤਦ ਮੈਨੂੰ ਬਹੁਤ ਲਾਭ ਪਹੁੰਚਦਾ ਤੇ ਮੇਰਾ ਕੁਝ ਸੌਰ ਜਾਂਦਾ ਤੇ ਮੇਰੀਆਂ ਉਣਤਾਈਆਂ ਦੂਰ ਹੋ ਜਾਂਦੀਆਂ। ਹੁਣ ਮੈਨੂੰ ਹੁਕਮ ਕਰੋ। ਆਪ ਦਾ ਹੁਕਮ ਇਸ਼ਾਰਾ ਇਹ ਹੈ ਕਿ ਮੈਂ ਫਿਰ ਕੇਸਾਤਾਰੀ ਹੋ ਜਾਵਾਂ। ਸੱਚਮੁੱਚ ਮੈਂ ਬਹੁਤ ਬੁਰਾ ਕੀਤਾ ਜੋ ਮੈਂ ਆਪਣੇ ਖਾਨਦਾਨ ਦੀ ਪੁਸ਼ਤ ਬਾਪੁਸ਼ ਚੱਲੀ ਆ ਰਹੀ ਕੇਸ ਰੱਖਣ ਦੀ ਰਵਾਇਤ ਨੂੰ ਉਲਟ ਗੁਰੂ ਕੀ ਮੋਹਰ ਦੀ ਬੇਅਦਬੀ ਕੀਤੀ। ਇਹ ਭਗਤ ਸਿੰਘ ਕਹਿ ਰਿਹਾ ਕਿ ਮੈਂ ਗੁਰੂ ਦੀ ਮੋਹਰ ਦੀ ਬੇਅਦਬੀ ਕੀਤੀ, ਪਰ ਮੈਂ ਆਪ ਪਾਸੋਂ ਇੱਕ ਹੋਰ ਗੱਲ ਛਪਾਉਣੀ ਵੀ ਪਾਪ ਸਮਝਦਾ ਹਾਂ। ਉਹ ਇਹ ਕਿ ਚਾਹੇ ਸਾਡੇ ਖਾਨਦਾਨ ਵਿੱਚ ਪਿਤਾ ਪੁਰਖੀ ਕੇਸ ਰੱਖਣ ਦੀ ਰੀਤ ਚੱਲੀ ਆਈ ਹੈ ਤੇ ਮੇਰੇ ਉਸ ਖਾਨਦਾਨੀ ਰਵਾਇਤੀ ਰੀਤ ਕਰਕੇ ਕੇਸ ਰੱਖੇ ਹੋਏ ਸਨ, ਮੈਂ ਆਪਣੇ ਆਪ ਨੂੰ ਸਿੱਖ ਸਦਵਾਉਣਾ ਵੀ ਫਖਰ ਸਮਝਦਾ ਹਾਂ, ਪਰ ਵਾਸਤਵ ਵਿੱਚ ਗੱਲ ਇਹ ਹੈ ਕਿ ਮੇਰਾ ਦਿਲ ਸਿੱਖ ਨਹੀਂ ਤੇ ਮੈਨੂੰ ਮਾਫ ਕਰੋਗੇ ਜੇ ਮੈਂ ਸਾਫ਼ ਲਫ਼ਜ਼ਾਂ ਵਿੱਚ ਆਪਣੇ ਦਿਲ ਨੂੰ ਖੋਲ ਦੇਵਾਂ ਤੇ ਕਹਿ ਦੇਵਾਂ ਕਿ ਮੈਂ ਨਾਸਤਕ ਹਾਂ। ਇਹ ਭਗਤ ਸਿੰਘ ਕਹਿ ਰਿਹਾ ਹੈ ਭਾਈ ਸਾਹਿਬ ਦੇ ਸਾਹਮਣੇ।
ਰੱਬ ਨੂੰ ਨਹੀਂ ਮੰਨਦਾ ਤੇ ਮੇਰੀ ਸਾਰੀ ਮੰਡਲੀ ਵੀ ਇਸ ਗੱਲ ਨੂੰ ਜਾਣਦੀ ਹੈ, ਪਰ ਆਪ ਦਾ ਹੁਕਮ ਮੰਨਣ ਵਿੱਚ ਮੈਨੂੰ ਕੋਈ ਉਜਰ ਨਹੀਂ। ਆਪ ਹੁਕਮ ਦਿਓ ਤਾਂ ਮੈਂ ਕੇਸ ਰੱਖ ਲਵਾਂ। ਕਾਸ਼ ਮੈਂ ਆਪ ਦੀ ਸੰਗਤ ਵਿੱਚ ਕੁਝ ਅਰਸਾ ਨੇੜੇ ਹੋ ਕੇ ਰਹਿੰਦਾ ਤਾਂ ਮੇਰੇ ਨਾਸਤਕਤਾ ਵਾਲੇ ਖਿਆਲ ਵੀ ਪਲਟ ਜਾਂਦੇ। ਇਹ ਇੱਛਾ ਜ਼ਾਹਰ ਕਰ ਰਿਹਾ ਭਗਤ ਸਿੰਘ। ਮੈਂ ਬੜਾ ਖੁਸ਼ ਹੋਇਆ, ਭਾਈ ਸਾਹਿਬ ਅੱਗੇ ਲਿਖ ਰਹੇ ਨੇ, ਕਹਿੰਦੇ ਨੇ ਮੈਂ ਬੜਾ ਖੁਸ਼ ਹੋਇਆ ਹਾਂ ਕਿ ਆਪ ਨੇ ਸੱਚੋ ਸੱਚ ਆਪਣੇ ਦਿਲ ਦੀ ਵਿਥਿਆ ਸੁਣਾ ਦਿੱਤੀ ਹੈ ਤੇ ਕੋਈ ਲੁਕੋ ਨਹੀਂ ਰੱਖਿਆ। ਨਾਸਤਕਤਾ ਵਾਲੀ ਦਸ਼ਾ ਵਿੱਚ ਹੁੰਦਿਆਂ ਆਪ ਤੋਂ ਕੇਸ ਰਖਾਉਣ ਦਾ ਰੰਚਕ ਲਾਭ ਨਹੀਂ, ਨਾ ਹੀ ਸਾਨੂੰ ਕੋਈ ਫਖਰ ਹੈ। ਮੈਨੂੰ ਹੁਣ ਤੁਹਾਨੂੰ ਕੇਸ ਰਖਾਉਣ ਦਾ ਕੋਈ ਚਾਅ ਨਹੀਂ ਤੇ ਨਾ ਹੀ ਨਾ ਰੱਖਣ ਦਾ ਅਫਸੋਸ ਹੈ। ਅਰਮਾਨ ਹੈ ਤਾਂ ਇਹ ਕਿ ਤੁਸੀਂ ਆਸ ਤੱਕ ਨਿਸ਼ਚੇ ਵਿੱਚ ਹੁੰਦੇ ਹੋਏ ਲੇਖੇ ਲੱਗਦੇ। ਤੁਸੀਂ ਫਾਂਸੀ ਜ਼ਰੂਰ ਚੜਨਾ ਹੈ। ਫਾਂਸੀ ਚੜਨ ਤੋਂ ਪਹਿਲਾਂ ਜੇ ਤੁਹਾਡੀ ਨਾਸਤਕਤਾ ਦੂਰ ਹੋ ਜਾਂਦੀ ਤਾਂ ਬੜੀ ਹੀ ਚੰਗੀ ਗੱਲ ਹੁੰਦੀ। ਚਾਹੇ ਤੂੰ ਰੱਬ ਨੂੰ ਨਹੀਂ ਮੰਨਦਾ, ਪਰ ਇੱਕ ਗੱਲ ਯਾਦ ਰੱਖ ਤੇ ਉਸ ਉੱਪਰ ਆਪਣਾ ਨਿਸ਼ਚਾ ਕਾਇਮ ਕਰ ਤੇ ਇਹ ਗੱਲ ਹਿਰਦੇ ਉੱਪਰ ਉੱਕਰ ਲੈ ਕਿ ਤੈਂ ਮਰਨਾ ਨਹੀਂ, ਮੁੜ ਕੇ ਫੇਰ ਆਉਣਾ ਹੈ। ਇਹ ਗੱਲ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਣੀ ਭਗਤ ਸਿੰਘ ਨੂੰ ਕਹਿ ਰਹੇ ਨੇ, ਤੈਂ ਮਰਨਾ ਨਹੀਂ, ਮੁੜ ਕੇ ਫੇਰ ਆਉਣਾ ਹੈ। ਆਤਮਾ ਅਜਰ ਅਮਰ ਹੈ, ਇਸ ਨੇ ਮੁੱਕ ਨਹੀਂ ਜਾਣਾ, ਇਸ ਨੇ ਬਾਰ-ਬਾਰ ਆਉਣਾ ਹੈ। ਬਸ ਤੂੰ ਇਹ ਗੱਲ ਪੱਥਰ ਤੇ ਲਕੀਰ ਸਮਝ ਕਿ ਤੈਂ ਮਰਨਾ ਮੁੱਕਣਾ ਨਹੀਂ, ਫਿਰ ਆਉਣਾ ਹੈ, ਮਨੁੱਖ ਜਾਮੇ ਵਿੱਚ ਆਉਣਾ ਹੈ। ਜਰਾ ਅੰਦਰ ਝਾਤੀ ਮਾਰ ਕਿ ਤੂੰ ਕੀ ਹੈ। ਆਤਮਾ ਹੈ, ਮ੍ਰਿਤਕ ਮੜਾ ਸਰੀਰ। ਕਿ ਇਹ ਬੋਲਣਹਾਰ, ਸਮਝਣ ਸੋਚਣਹਾਰ, ਉਪਕਾਰ ਚਿਤਵਨਹਾਰ, ਉੱਚੀਆਂ ਕਰਨੀਆਂ ਲੋਚਣਹਾਰ, ਜੋ ਕੁਛ ਤੂੰ ਹੈ ਇਹ ਤੇਰਾ ਹੱਡ ਚਮ ਮਾਸ ਰਕਤ ਦੇ ਮੜੇ ਸਰੀਰ ਨਾਲ ਹੀ ਮੁੱਕ ਠੁੱਕ ਜਾਏਗਾ, ਕਦੇ ਨਹੀਂ। ਤੈਂ ਨਹੀਂ ਹਾਲੇ ਮੁੱਕਣਾ, ਨਾ ਕਦੇ ਮਰਨਾ ਹੈ। ਇਹ ਉੱਪਰਲੇ ਬਚਨ ਐਸੇ ਵਜਤ ਅਤੇ ਚੜ੍ਹਦੀ ਕਲਾ ਦੇ ਰੰਗਾਂ ਵਿੱਚ ਉਚਰੇ ਗਏ। ਅੱਗੇ ਬ੍ਰੈਕਟ ਚੋਂ ਲਿਖਦੇ ਨੇ, ਉਚਾਰਨ ਹਾਰੇ ਨੇ ਉਚਰਾਏ। ਕਿ ਭਗਤ ਸਿੰਘ ਇਹਨਾਂ ਬਚਨਾਂ ਨੂੰ ਸੁਣ ਕੇ ਕਈ ਮਿੰਟਾਂ ਤਾਈਂ ਦਮ ਬਖੁਦ ਰਿਹਾ। ਉਸ ਦੀ ਨੀਵੀਂ ਹੇਠ ਨੂੰ ਪੈ ਗਈ, ਬੇਹਿੱਸੋ ਹਰਕਤ ਜਿਹਾ ਹੋ ਗਿਆ। ਕਈ ਮਿੰਟ ਕੁਝ ਬੋਲਿਆ ਨਹੀਂ। ਮੈਂ ਹੱਥ ਨਾਲ ਹਲੂਣ ਕੇ ਸਾਵਧਾਨ ਕੀਤਾ ਤਾਂ ਕਿ ਵੇਖਦਾ ਹਾਂ ਕਿ ਉਸ ਦੇ ਚਿਹਰੇ ਉੱਤੇ ਹੋਰ ਅਨੋਖੀ ਆਭਾ ਆਈ ਹੋਈ ਹੈ। ਉਹ ਬੇਅਖਤਿਆਰ ਹੋ ਕੇ ਜੰਗਲੇ ਦੇ ਲਾਗੇ ਹੋ ਕੇ ਮੇਰੇ ਵੱਲ ਉਲਰਿਆ ਅਤੇ ਜੰਗਲੇ ਵਿੱਚ ਹੀ ਹੱਥ ਕੱਢ ਕੇ ਹੱਥ ਪਲਮਾਏ ਜਿਵੇਂ ਪੈਰਾਂ ਨੂੰ ਫੜੀਦਾ ਹੈ। ਮੈਂ ਉਸ ਦੇ ਹੱਥ ਫੜ ਲਏ ਤੇ ਕਿਹਾ ਕਿ ਚਰਨ ਕੇਵਲ ਗੁਰੂ ਦੇ ਹੀ ਪਰਸੀ ਦੇ ਹਨ। ਉਸ ਨੂੰ ਮੈਂ ਉਠਾਇਆ। ਉੱਠ ਕੇ ਜਦੋਂ ਸੰਭਲਿਆ ਤਾਂ ਉਸ ਨੇ ਇਸ ਬਿਧ ਸੰਭਾਖਣ ਕੀਤਾ, ਭਾਈ ਸਾਹਿਬ ਆਪ ਦੇ ਬਚਨਾਂ ਨੇ ਤਾਂ ਅਮੋਘ ਬਾਣਾ ਵਾਲਾ ਕੰਮ ਕੀਤਾ। ਮੇਰੇ ਕੁਫਰ ਦੇ ਕੜ ਤੋੜ ਦਿੱਤੇ। ਮੇਰੇ ਕੁਫਰ ਦੇ ਝੂਠ ਦੇ ਜਿਹੜੇ ਕੜ ਸਨ ਉਹ ਤੋੜ ਦਿੱਤੇ। ਮੇਰੇ ਉੱਤੇ ਇੱਕ ਚੁੰਬਕ ਕਲਾ ਵਾਲਾ ਅਸਰ ਹੋਇਆ। ਮੈਨੂੰ ਇਹ ਮਨ ਬਚ ਕਰਮ ਕਰਕੇ ਨਿਸ਼ਚਿਤ ਹੋ ਗਿਆ ਕਿ ਮੈਂ ਮਰਨਾ ਨਹੀਂ। ਮੈਂ ਉਹ ਕੁਛ ਹਾਂ ਜਿਸ ਨੇ ਮੁੱਕ ਨਹੀਂ ਜਾਣਾ, ਫੌਤ ਨਹੀਂ ਹੋ ਜਾਣਾ। ਮੈਂ ਇਹ ਸਰੀਰ ਜਾਮਾ ਛੱਡ ਕੇ ਫਿਰ ਜ਼ਰੂਰ ਆਉਣਾ ਹੈ ਅਤੇ ਫਿਰ ਆਉਣ ਤਾਈਂ ਸਰੀਰ ਛੱਡ ਕੇ ਮੇਰੀ ਆਤਮਾ ਨੇ ਸਦ ਜਿਸਤੀ ਲਹਿਰਾਓ ਵਿੱਚ ਕਾਇਮ ਰਹਿਣਾ ਹੈ। ਮੈਨੂੰ ਹੁਣ ਫਾਂਸੀ ਲੱਗਣ ਵਿੱਚ ਸਰੂਰ ਹਾਸਲ ਹੋਏਗਾ। ਮੈਂ ਤਾਂ ਕੇਵਲ ਹੱਥ ਕਰਕੇ ਬਹਾਦਰ ਬਣਿਆ ਹੋਇਆ ਸੀ। ਕਿਆ ਕਮਾਲ ਦੀ ਗੱਲ। ਇਹ ਕਹਿੰਦੇ ਨੇ ਸੱਚ ਆਪਣੀ ਗੱਲ ਨੂੰ ਸਾਹਮਣੇ ਰੱਖ ਕੇ ਮੰਨ ਲਿਆ ਉਹਨੇ। ਉਹ ਕਹਿੰਦਾ ਮੈਂ ਤਾਂ ਕੇਵਲ ਹੱਥ ਕਰਕੇ ਜਿੱਦ ਕਰਕੇ ਬਹਾਦਰ ਬਣਿਆ ਹੋਇਆ ਸੀ ਤੇ ਮੌਤ ਨੂੰ ਮਾਊ ਸਮਝਦਾ ਸੀ, ਪਰ ਅੰਤਰਗਤੀ ਮੈਨੂੰ ਇਹ ਹਾਵਾ ਲੱਗਾ ਹੋਇਆ ਸੀ ਕਿ ਮੈਂ ਮਰ ਕੇ ਕੁਛ ਨਹੀਂ ਰਹਿਣਾ। ਮੇਰੀਆਂ ਅੱਖੀਆਂ ਅੱਗੇ ਇਹ ਖਿਆਲ ਕਰਕੇ ਹਨੇਰਾ ਛਾ ਜਾਂਦਾ ਸੀ ਤੇ ਬੜੀਆਂ ਟੋਟਾਂ ਪੈਂਦੀਆਂ ਸਨ ਕਿ ਹਾਏ ਮੈਂ ਮਰ ਕੇ ਕੁਛ ਨਹੀਂ ਰਹਿਣਾ। ਆਪ ਦੇ ਬਚਨਾਂ ਨੇ ਮੇਰੀ ਅਚਰਜ ਕਾਇਆ ਪਲਟ ਦਿੱਤੀ ਹੈ। ਮੇਰਾ ਅੱਗਾ ਮੇਰੇ ਅੱਗੇ ਰੋਸ਼ਨ ਹੋ ਗਿਆ ਹੈ। ਨੇਸਤੋ ਨਾਬੂਦੀ ਖਲਾ ਤੌਖਲਾ ਸਭ ਮਿਟ ਗਿਆ ਹੈ। ਮੇਰਾ ਹੌਸਲਾ ਵੱਧ ਗਿਆ ਹੈ। ਮੈਂ ਹੁਣ ਹੌਸਲੇ ਨਾਲ ਮਰਾਂਗਾ। ਮੈਨੂੰ ਆਪ ਦੇ ਜੀਵਨ ਦੀ ਜੀਵਨ ਬੂਟੀ ਦੀ ਅਕਸੀਰ ਦਾ ਅਮਲ ਚੜ ਗਿਆ ਹੈ। ਆਪ ਦੇ ਜੀਵਨ ਨੇ ਇਹ ਗੱਲ ਤਾਂ ਮੇਰੇ ਹਿਰਦੇ ਅੰਦਰ ਪਹਿਲਾਂ ਹੀ ਉਕਰ ਦਿੱਤੀ ਹੋਈ ਸੀ ਕਿ ਆਪ ਦੀ ਕਹਿਣੀ ਤੇ ਕਰਨੀ ਇੱਕ ਹੈ। ਹੁਣ ਬੜਾ ਧਿਆਨ ਨਾਲ ਇਹਨਾਂ ਲਾਈਨਾਂ ਨੂੰ ਜ਼ਰੂਰ ਸੁਣਿਆ ਜੇ। ਕਹਿੰਦਾ ਕਹਿਣੀ ਤੇ ਕਰਨੀ ਇੱਕ ਹੈ। ਆਪ ਦਾ ਜੀਵਨ ਭਰੋਸਾ ਮੇਰੇ ਉੱਤੇ ਇਹ ਅਕਸ ਲਿਆਇਆ ਹੈ ਕਿ ਆਪ ਸੋਈ ਗੱਲ ਮੂੰਹੋਂ ਬੋਲਦੇ
ਕਹਿੰਦੇ ਹੋ ਜਿਸ ਗੱਲ ਦਾ ਕਿ ਆਪਣਾ ਪ੍ਰਤੱਖ ਤਜਰਬਾ ਕੀਤਾ ਹੋਇਆ ਹੁੰਦਾ ਹੈ, ਜਿਸ ਨੂੰ ਕਿ ਆਪਨੇ ਪ੍ਰਤੱਖ ਵੇਖਿਆ ਹੁੰਦਾ ਹੈ। ਸੋ ਮੈਨੂੰ ਨਾ ਸਿਰਫ ਇਹ ਨਿਸ਼ਚਾ ਹੋ ਗਿਆ ਹੈ ਕਿ ਮੈਂ ਨਹੀਂ ਮਰਨਾ ਅਤੇ ਮੈਂ ਸਦਾ ਜੀਵਨਹਾਰੀ ਆਤਮਾ ਹਾਂ, ਬਲਕਿ ਮੈਨੂੰ ਇਹ ਵੀ ਨਿਸ਼ਚਾ ਹੋ ਗਿਆ ਹੈ ਕਿ ਰੱਬ ਵੀ ਹੈ। ਇਹ ਕੌਣ ਕਹਿ ਰਿਹਾ? ਭਗਤ ਸਿੰਘ। ਕਿਹਦੇ ਅੱਗੇ ਬਿਆਨ ਕਰ ਰਿਹਾ? ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਣਗੇ, ਜਿਹੜੇ ਆਪਣੀ ਲਿਖਤ ਦੇ ਵਿੱਚ ਇਹ ਗੱਲ ਕਹਿ ਰਹੇ ਨੇ। ਬਲਕਿ ਮੈਨੂੰ ਇਹ ਵੀ ਨਿਸ਼ਚਾ ਹੋ ਗਿਆ ਹੈ ਕਿ ਰੱਬ ਵੀ ਹੈ ਅਤੇ ਉਸ ਰੱਬ ਨੂੰ ਆਪ ਨੇ ਆਪਣੀ ਅੱਖੀਂ ਦੇਖਿਆ ਹੈ। ਸੋ ਆਪ ਨੂੰ ਇਸ ਤੋਂ ਅਧਿਕ ਸੱਚੀ ਖੁਸ਼ੀ ਨਹੀਂ ਹੋਵੇਗੀ ਕਿ ਅੱਜ ਤੋਂ ਆਪ ਦਾ ਪਿਆਰਾ ਭਗਤ ਸਿੰਘ ਆਤਮ ਜੀਵਨੀ ਆਸਤਕ ਭਗਤ ਸਿੰਘ ਹੈ। ਧਿਆਨ ਨਾਲ ਸੁਣ ਲਿਓ, ਅੱਜ ਤੋਂ ਆਪ ਦਾ ਪਿਆਰਾ ਭਗਤ ਸਿੰਘ ਆਤਮ ਜੀਵਨੀ ਆਸਤਕ ਭਗਤ ਸਿੰਘ ਹੈ। ਹੁਣ ਉਹਨੂੰ ਨਾਸਤਕ ਕਹਿਣ ਦੀਆਂ ਗਲਤੀਆਂ ਕਰਨੀਆਂ ਜੇ ਅਸੀਂ ਛੱਡ ਦਈਏ ਤੇ ਸਾਡੀ ਸਮਝਦਾਰੀ ਹੋਵੇਗੀ, ਤੇ ਜੇ ਅਸੀਂ ਅਜੇ ਵੀ ਉਹੀ ਢੀਠਪਣਾ ਵਿਖਾਉਣਾ ਤੇ ਇਹ ਫਿਰ ਮੂਰਖਤਾ ਹੀ ਹੋਵੇਗੀ। ਆਸਤਕ ਭਗਤ ਸਿੰਘ ਹੈ ਅਤੇ ਆਸਤਕ ਨਿਸ਼ਚੇ ਨੂੰ ਨਿਸ਼ਚਿਤ ਕਰਦਾ ਹੋਇਆ ਹੀ ਜਾਨ ਦੇਵੇਗਾ ਅਤੇ ਹੁਣ ਆਪ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅੱਜ ਤੋਂ ਆਪਣਾ ਦਾੜਾ ਕੇਸ ਕਦੇ ਨਹੀਂ ਕਟਾਵਾਂਗਾ ਅਤੇ ਸਿੱਖ ਨਿਸ਼ਚੇ ਵਿੱਚ ਆਤਮ ਔਜੀ ਚੜ੍ਹਾਈ ਕਰਾਂਗਾ। ਹਾਂ, ਸਿੱਖਾਂ ਦੇ ਬੋਲੇ ਵਾਲਾ। ਅੱਗੇ ਇਹਦੇ ਵਿੱਚ ਥੱਲੇ ਫੁੱਟਨੋਟ ਭਾਈ ਸਾਹਿਬ ਨੇ ਲਿਖਿਆ, ਭਗਤ ਸਿੰਘ ਦੇ ਫਾਂਸੀ ਲੱਗਣ ਪਿੱਛੋਂ ਅਖਬਾਰਾਂ ਵਿੱਚ ਇਹ ਸਿਲਸਿਲਾ ਛਿੜਿਆ ਸੀ ਕਿ ਉਸ ਦਾ ਨਿਸ਼ਚਾ ਸਿੱਖੀ ਪਰ ਸੀ। ਕਸੂਰ ਦੇ ਗ੍ਰੰਥੀ ਭਾਈ ਨੱਥਾ ਸਿੰਘ ਦਾ ਬਿਆਨ ਅਖਬਾਰਾਂ ਵਿੱਚ ਛਪਿਆ ਸੀ ਕਿ ਸੰਸਕਾਰ ਵੇਲੇ ਭਗਤ ਸਿੰਘ ਦੇ 6-6 ਇੰਚ ਕੇਸ ਸਨ। ਸਰਕਾਰ ਨੇ ਵੀ ਐਲਾਨ ਕੀਤਾ ਸੀ ਕਿ ਇਸ ਦਾ ਮ੍ਰਿਤਕ ਸੰਸਕਾਰ ਸਿੱਖ ਧਰਮ ਅਨੁਸਾਰ ਕਰਾਇਆ ਗਿਆ ਸੀ। ਬੰਬਈ ਦੇ ਬੁਲੇਟਿਨ ਅਖਬਾਰ ਦੇ 26 ਮਾਰਚ 1949 ਦੇ ਪਰਚੇ ਵਿੱਚ ਭਗਤ ਸਿੰਘ ਦਾ ਕੇਸਾਂ ਵਾਲਾ ਫੋਟੋ ਛਪਿਆ, ਜਿਸ ਦਾ ਬਲਾਕ ਇਸ ਪੁਸਤਕ ਵਿੱਚ ਦਿੱਤਾ ਹੈ। ਇਹ ਫੋਟੋ ਭਗਤ ਸਿੰਘ ਦੇ ਫਾਂਸੀ ਲੱਗਣ ਤੋਂ ਕੁਝ ਮਿੰਟ ਪਹਿਲਾਂ ਦਿੱਲੀ ਦੇ ਸੱਜਣ ਸ਼ਾਨ ਲਾਲ ਨੇ ਖਿੱਚਿਆ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਭਾਈ ਸਾਹਿਬ ਦੇ ਬਚਨਾਂ ਦੇ ਅਸਰ ਕਰਕੇ ਭਗਤ ਸਿੰਘ ਸਿੱਖ ਨਿਸ਼ਚੇ ਵਿੱਚ ਆ ਕੇ ਕੇਸਾਧਾਰੀ ਹੋਇਆ। ਹੁਣ ਅਸੀਂ ਪਿੱਛੇ ਵਾਲੀ ਗੱਲ ਨੂੰ ਦੁਬਾਰਾ ਜੋੜ ਦਈਏ। ਸਿੱਖਾਂ ਦੇ ਬੋਲੇ ਵਾਲਾ, ਇਹ ਚੜ੍ਹਾਈ ਕਰਨ ਵਾਲਾ ਕੇਸਾ ਕੈਸਾ ਸੁੰਦਰ ਅਤੇ ਸੱਚਾ ਅਰਥ ਪ੍ਰਤੀਪਾਦਕ ਹੈ। ਮੈਂ ਇਹਨੂੰ ਦੁਬਾਰਾ ਪੜ੍ਹ ਦੇਣਾ। ਹਾਂ, ਸਿੱਖਾਂ ਦੇ ਬੋਲੇ ਵਾਲਾ, ਇਹ ਚੜ੍ਹਾਈ ਕਰਨ ਵਾਲਾ ਕੈਸਾ ਸੁੰਦਰ ਅਤੇ ਸੱਚਾ ਅਰਥ ਪ੍ਰਤੀਪਾਦਕ ਹੈ। ਕਿੱਥੇ ਚੜ੍ਹਾਈ ਕਰਨਾ ਅਤੇ ਕਿੱਥੇ ਮਰਨਾ। ਦੇਹ ਨੂੰ ਤਿਆਗ ਕੇ ਮੇਰੀ ਆਤਮਾ ਚੜ੍ਹਾਈ ਕਰੇਗੀ, ਉੱਪਰ ਆਕਾਸ਼ ਨੂੰ ਚੜ੍ਹ ਜਾਏਗੀ, ਮਰੇ ਮੁੱਕੇਗੀ ਨਹੀਂ, ਮੁੜ ਕੇ ਫਿਰ ਜਾਮਾ ਧਾਰੇਗੀ ਅਤੇ ਦੇਸ਼ ਕੌਮ ਦੇ ਉੱਚ ਆਦਰਸ਼ ਕੰਮ ਕਰਾਏਗੀ। ਆਪ ਦੀ ਮੁਲਾਕਾਤ ਦਾ ਸੱਚਾ ਸਿੱਟਾ ਬਹੁਤ ਹੀ ਖੂਬ ਨਿਕਲਿਆ। ਬਸ ਇਤਨੀ ਬਾਤ ਚਿਤ ਸਮਾਪਤ ਹੋਣ ਪਰ ਅਤੇ ਤਤ ਆਦਰਸ਼ੀ ਸਿੱਟਾ ਮੁਲਾਕਾਤਾਂ ਦਾ ਨਿਕਲਣ ਪਰ ਅਸੀਂ ਪਰਸਪਰ ਆਖਰੀ ਫਤਿਹ ਬੁਲਾਈ ਅਤੇ ਵਿਗਸ ਕੇ ਵਿਛੜੇ। ਸੋ ਇਹ ਜਿਹੜੀ ਚੀਜ਼ ਤੁਹਾਨੂੰ ਪੜ੍ਹ ਕੇ ਸੁਣਾਈਏ, ਇਹਦੇ ਚੋਂ ਫੋਟੋ ਵੀ ਅਸੀਂ ਆਪ ਜੀ ਨੂੰ ਨਾਲ ਦਿਖਾ ਰਹੇ ਹਾਂ ਸਕਰੀਨ ਤੇ। ਤੁਸੀਂ ਇਸ ਚੀਜ਼ ਨੂੰ ਸਮਝਣਾ ਹੈ ਕਿ ਇੱਕ ਮਨੁੱਖ ਕੈਸੀ ਜ਼ਿੰਦਗੀ ਜੀ ਗਿਆ, ਇਹਦਾ ਪਤਾ ਲੱਗਦਾ ਉਹਦੇ ਅਖੀਰਲੇ ਸਮੇਂ 'ਚ ਆ ਕੇ ਉਹਦੀ ਵਿਚਾਰਧਾਰਾ ਕੀ ਸੀ, ਉਹਨੇ ਜੀਵਨ ਕਿਸ ਤਰ੍ਹਾਂ ਬਤਾਇਆ, ਪਰ ਆਪਣੇ ਜੀਵਨ ਦਾ ਆਖਰੀ ਸਮਾਂ ਕਿਵੇਂ ਬਤਾਇਆ। ਉਹਨੇ ਆਪਣੀ ਭੁੱਲ ਬਖਸ਼ਾਈ, ਆਪਣੇ ਆਪ ਨੂੰ ਆਪਣੇ ਗੁਨਾਹ ਮੰਨੇ। ਔਰ ਇਹ ਵੀ ਤੁਹਾਨੂੰ ਦੱਸਦੇ ਹਾਂ, ਮੈਂ ਇਸ ਚੀਜ਼ ਨੂੰ ਨੈਸ਼ਨਲ ਟੀਵੀ ਦੇ ਉੱਤੇ ਇੱਕ ਚੈਨਲ ਦੇ ਉੱਤੇ ਵੀ ਸੁਣਿਆ ਸੀਗਾ, ਜਿੱਥੇ ਇੱਕ ਨਿਊਜ਼ ਚੈਨਲ ਦੇ ਉੱਤੇ ਇਹ ਗੱਲ ਦੱਸੀ ਜਾ ਰਹੀ ਸੀ ਕਿ ਭਗਤ ਸਿੰਘ ਨੇ ਲਾਹੌਰ ਦੀ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਅੰਮ੍ਰਿਤ ਛਕਣ ਵਾਸਤੇ ਕਿ ਮੈਂ ਅੰਮ੍ਰਿਤ ਛਕਣਾ ਚਾਹੁੰਦਾ, ਪਰ ਉਹਦੀ ਉਹ ਜਿਹੜੀ ਪਟੀਸ਼ਨ ਸੀ, ਉਹਦੀ ਜਿਹੜੀ ਅਪੀਲ ਸੀ, ਉਹ ਮਨਜ਼ੂਰ ਨਹੀਂ ਹੋਈ। ਸੋ ਇਹ ਜਿਹੜੇ ਵੀਰ ਇਸ ਚੀਜ਼ ਦੇ ਬਾਰੇ ਥੋੜਾ ਕੁਝ ਖੋਜ ਕਰ ਸਕਦੇ ਹੋਣ, ਲਾਹੌਰ ਦੀ ਉਸ ਅਦਾਲਤ ਚੋਂ ਕੋਈ ਕਾਗਜ਼ ਕਢਾ ਸਕਦੇ ਹੋਣ, ਤੇ ਸ਼ਾਇਦ ਉੱਥੋਂ ਇਹ ਚੀਜ਼ ਲੱਭੇ, ਤੇ ਇਹ ਵੀ ਖੋਜ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਪਰ ਇੱਕ ਗੱਲ ਕਲੀਅਰ ਹੈ ਕਿ ਭਗਤ ਸਿੰਘ ਜਦੋਂ ਫਾਂਸੀ ਚੜ੍ਹਿਆ, ਜਦੋਂ ਸ਼ਹੀਦ ਹੋਇਆ, ਉਦੋਂ ਉਹ ਆਸਤਕ ਸੀ, ਨਾਸਤਕ ਨਹੀਂ ਸੀ। ਉਹ ਨਾਸਤਕਤਾ ਨੂੰ ਛੱਡ ਚੁੱਕਾ ਸੀ, ਉਹ ਰੱਬ ਨੂੰ ਸਵੀਕਾਰ ਕਰ ਚੁੱਕਾ ਸੀ, ਉਹ ਸਿੱਖੀ ਨੂੰ ਮੰਨ ਚੁੱਕਾ ਸੀ, ਤੇ ਆਪਣੀ ਭੁੱਲਾਂ ਜਿਹੜੀਆਂ ਸਨ ਉਹਨਾਂ ਤੇ ਪਛਤਾਉਂਦਾ ਸੀ। ਸੋ ਇੰਨੀਆਂ ਕੁ ਬੇਨਤੀਆਂ ਨੇ, ਆਪਾਂ ਸਾਰੇ ਵਿਚਾਰੀਏ, ਸੋਚੀਏ, ਤੇ ਇਹ ਸਾਰੀ ਜਿਹੜੀ ਇੰਨੇ ਦਿਨਾਂ ਤੋਂ ਚੱਲ ਰਹੀ ਕੰਟਰੋਵਰਸੀ ਸੀ, ਇਹਨੂੰ ਕਿਤੇ ਸਟਾਪ ਕਰੀਏ, ਇਹਨੂੰ ਰੋਕੀਏ। ਪੰਥ ਵਾਸਤੇ ਹੋਰ ਬਹੁਤ ਅਹਿਮ ਤੇ ਜ਼ਰੂਰੀ ਮਸਲੇ ਵੀ ਨੇ। ਇਹ ਬਹੁਤ ਚੰਗਾ ਹੋਇਆ ਉਂਝ ਕਿ ਜਿਹੜੇ ਲੋਕ ਭਗਤ ਸਿੰਘ ਨੂੰ ਨਾਸਤਕ ਜਾਂ ਆਰਿਆ ਸਮਾਜੀ ਦੱਸ ਕੇ ਆਪਣਾ ਹੀਰੋ ਬਣਾਉਂਦੇ ਸਨ ਪਏ, ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਇੱਕ ਬਿਆਨ ਨੇ ਉਹਨਾਂ ਦਾ ਸਾਰਾ ਕੁਫਰ ਦਾ ਕਿਲਾ ਤੋੜ ਦਿੱਤਾ ਤੇ ਉਹਦੇ ਨਾਲ ਇੱਕ ਨਵੀਂ ਵਿਚਾਰ ਛਿੜੀ। ਉਸ ਨਵੀਂ ਵਿਚਾਰ ਚੋਂ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ ਤੇ ਸਾਨੂੰ ਵੀ ਅੱਜ ਇਹ ਗੱਲ ਸਾਹਮਣੇ ਰੱਖਣੀ ਪਈ ਕਿ
ਸਰਦਾਰ ਭਗਤ ਸਿੰਘ ਬਾਰੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜਿਹੜੇ ਸੋਨੇ ਦੀ ਚਿੜੀ ਦੇ ਖਿਤਾਬ ਨਾਲ ਪੰਚ ਸਨਮਾਨੇ ਜਾਂਦੇ ਨੇ, ਉਹਨਾਂ ਨੇ ਕੀ ਲਿਖਿਆ ਤੇ ਇਸ ਤੋਂ ਵੱਡਾ ਸਬੂਤ ਗਵਾਹੀ ਮੈਂ ਨਹੀਂ ਸਮਝਦਾ। ਜਾਗਰਤ ਧਰਮੀ ਸਿੱਖਾਂ ਨੂੰ ਕਿਸੇ ਹੋਰ ਦੀ ਲੋੜ ਹੈ। ਸੋ ਇੰਨੀਆਂ ਕੋ ਬੇਨਤੀਆਂ, ਆਪ ਸਾਰੇ ਬਣੇ ਰਿਹਾ ਜੇ, ਇਸ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਮੈਸੇਜ ਜ਼ਰੂਰ ਲੈ ਕੇ ਜਾਇਆ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।